ਸੋ ਨੌਜਵਾਨ ਕਿਸਾਨ ਵੀਰ ਵੀ ਇੱਥੇ ਆਏ ਹੋਏ ਨੇ ਸੰਘਰਸ਼ ਤੇ, ਕੀ ਕਹਿਣਾ ਚਾਹੁੰਦੇ ਵੀਰ ਜੀ? ਦੇਖੋ ਜੀ, ਜਿਵੇਂ ਸਾਰੇ ਕਿਸਾਨ ਵੀਰਾਂ 'ਚ ਇੱਕ ਏਕਾ ਭਰਿਆ ਹੋਇਆ ਜੀ, ਉਸੇ ਹਿਸਾਬ ਨਾਲ ਅਸੀਂ ਜਿਵੇਂ ਪਹਿਲੇ ਘਰੋਂ ਪੁੱਛਦੇ ਸੀ ਵੀ ਅਸੀਂ ਕਿਤੇ ਜਾਣਾ, ਉਦੋਂ 4-4 5-5 ਦਿਨ ਪੇਰੈਂਟਸ ਵੀ ਆਗਿਆ ਨਹੀਂ ਦਿੰਦੇ ਸੀ ਵੀ ਤੁਸੀਂ ਜਾਣਾ। ਅੱਜ ਜਿਵੇਂ ਹੀ ਅਸੀਂ ਸ਼ੁਰੂਆਤ ਕੀਤੀ, ਅੱਧੇ ਘੰਟੇ ਦੇ ਵਿੱਚ ਸਾਰੇ ਮਿੱਤਰ ਦੋਸਤਾਂ ਦਾ ਪਲਾਨ ਬਣ ਗਿਆ ਵੀ ਇੱਥੇ ਆਉਣਾ। ਇੱਕ ਵੱਖਰਾ ਹੀ ਜੋਸ਼ ਜੋ ਕਿ ਕਿਸਾਨਾਂ ਦੇ ਵਿੱਚ ਭਰਿਆ ਗਿਆ, ਇੱਕ ਲੋਕ ਲਹਿਰ ਬਣ ਚੁੱਕੀ ਹੈ ਜੋ ਕਿ ਮੋਦੀ ਸਰਕਾਰ ਨੂੰ ਨਹੀਂ ਦਿਖ ਰਹੀ। ਉਹਨਾਂ ਦੀ ਅੱਖਾਂ ਵਿੱਚ ਚਿੱਟਾ ਕਾਲਾ ਸਾਰਾ ਮੋਤੀਆ ਭਰਿਆ ਹੋਇਆ, ਪਰ ਉਹਨਾਂ ਦਾ ਆਪਰੇਸ਼ਨ ਜ਼ਰੂਰੀ ਹੈ, ਲਾਜ਼ਮੀ ਕਰਨਾ ਪੈਣਾ ਆਪਾਂ ਨੂੰ, ਜੋ ਕਿ ਜ਼ਿਮੀਂਦਾਰ ਕਰਨਗੇ। ਜੇ ਜ਼ਿਆਦਾ ਹੈ ਤਾਂ ਹੁਣੇ ਹਰਿਆਣਾ 'ਚ ਇਹਨਾਂ ਨੂੰ ਦਿਖ ਜਾਏਗਾ ਥੋੜੇ ਟਾਈਮ 'ਚ, ਨਹੀਂ ਤਾਂ 2024 'ਚ ਇਹਦਾ ਇਲਾਜ ਪੱਕਾ ਹੀ ਕਰਨਗੇ। ਤੇ ਇਹ ਮੋਦੀ ਦੇ ਅਪੀਲ ਹੈ ਇਹਨਾਂ ਨੂੰ ਕਿ ਜੇ ਲੋਕ ਲਹਿਰ ਬਣ ਚੁੱਕੀ ਹੈ, ਪਹਿਲੇ ਸਿਰਫ ਕਿਸਾਨੀ ਦਾ ਮੁੱਦਾ ਸੀ, ਸਿਰਫ ਹੁਣ ਲੋਕ ਲਹਿਰ ਨੂੰ ਇਹ ਹਰ ਇੱਕ ਜੋ ਆਮ ਆਦਮੀ ਹੈ ਉਹ ਵੀ ਇਹਦੇ ਨਾਲ ਜੁੜ ਰਿਹਾ। ਸੋ ਹਰ ਇੱਕ ਇਹ ਕ੍ਰਾਂਤੀ ਉਹਨਾਂ ਨੂੰ ਦਿਖਣੀ ਚਾਹੀਦੀ ਹੈ। ਜੇ ਅਜੇ ਵੀ ਅੰਨੇ ਬਣ ਕੇ ਘੁੰਮਣਗੇ ਤਾਂ ਉਹਨਾਂ ਲਈ ਬਹੁਤ ਹਾਨੀਕਾਰਕ ਹੋਏਗਾ। ਬਿਲਕੁਲ, ਮੈਂ ਸਮਝਦਾ ਕਿ ਨੌਜਵਾਨਾਂ ਦੇ ਵਾਸਤੇ ਵੇਖੋ ਇੱਥੇ ਆਉਣ ਲਈ ਹੁਣ ਮਾਪਿਆਂ ਨੇ ਵੀ ਨਹੀਂ ਰੋਕਿਆ, ਤੇ ਇਹ ਕ੍ਰਾਂਤੀ ਜਿਹੜੀ ਹੈ ਨੌਜਵਾਨਾਂ ਨੇ ਬਣਾਈ ਹੈ ਤੇ ਬੜੇ ਸੰਜਮ ਦੇ ਨਾਲ ਤੇ ਬੜੇ ਡਿਸਪਲਿਨ ਦੇ ਨਾਲ ਉਹਨੂੰ ਅੱਗੇ ਵਧਾ ਰਹੇ ਨੇ। ਸੋ ਇਹ ਸਾਡਾ ਗੀਜ਼ਰ ਆ ਜੀ, ਪਾਣੀ ਵੇਖੋ ਇਧਰੋਂ ਪੈ ਰਿਹਾ ਤੇ ਇਧਰੋਂ ਨਿਕਲਦਾ ਗਾ, ਪੂਰਾ ਗਰਮ ਪਾਣੀ ਇਧਰੋਂ ਨਿਕਲ ਰਿਹਾ। ਇਹਦੇ ਅੰਦਰ ਜਿਹੜੀ ਆ ਵੁੱਡ ਫਾਇਰ ਜਿਹੜੀ ਆ ਲੱਕੜ ਜਿਹੜੀ ਆ ਬਾਲੀ ਜਾ ਰਹੀ ਹੈ। ਸੋ ਜਿੰਨਾ ਗਰਮ ਪਾਣੀ ਚਾਹੀਦਾ ਇੱਧਰ ਪਾ ਦਿਓ ਤੇ ਇਧਰੋਂ ਲੈ ਲਓ, ਇੱਕ ਹੱਥੋਂ ਦੋ ਤੇ ਦੂਜੇ ਹੱਥੋਂ ਲੈ ਲਓ। ਸੋ ਇਹ ਸਾਡਾ ਪੰਜਾਬੀ ਗੀਜ਼ਰ ਆ ਤੇ ਬੜਾ ਕਾਮਯਾਬ ਆ, ਖਾਸ ਤੌਰ ਤੇ ਇਹੋ ਜਿਹੇ ਮਾਹੌਲ ਦੇ ਵਿੱਚ, ਕਿਉਂਕਿ ਇਹਨੂੰ ਨਾ ਕੋਈ ਬੱਤੀ ਦਾ ਕਨੈਕਸ਼ਨ ਚਾਹੀਦਾ ਨਾ ਕੁਝ ਹੋਰ। ਹਾਂਜੀ, ਪਾਣੀ ਪਾ ਲਓ ਤੇ ਲੱਕੜਾਂ ਪਾ ਲਓ। ਹਾਂਜੀ, ਬਿਲਕੁਲ ਬਿਲਕੁਲ। ਹਾਂਜੀ ਬਾਪੂ ਜੀ, ਹਾਂਜੀ ਕਿੱਦਾਂ ਹੁਣ ਇੱਥੇ ਫਿਰ ਮੋਰਚੇ ਘਟੇ? ਮੋਰਚੇ ਜਿੰਨਾ ਚਿਰ ਮੋਦੀ ਕਾਲੇ ਕਾਨੂੰਨ ਵਾਪਸ ਨਹੀਂ ਕਰਦਾ ਉਹਨਾਂ ਚਿਰ ਨਹੀਂ ਜਾਵਾਂਗੇ ਅਸੀਂ। ਰਾਸ਼ਨ ਵਾਧੂ ਆ, ਰਾਸ਼ਨ ਅਸੀਂ ਲੈ ਕੇ ਵਾਧੂ ਆਏ ਤੇ ਇੱਥੇ ਵਾਧੂ ਮਿਲੀ ਜਾਂਦਾ। ਹਾਂ, ਉਹਨਾਂ ਚਿਰ ਗੀਜ਼ਰ ਵੀ ਲਵਾ ਲਏ ਇੱਥੇ, ਪੱਕਾ ਹੀ ਕੰਮ। ਇਸੇ ਕਰਕੇ ਫਿਰ ਤੜਕੇ ਨਹਾਉਣਾ ਨੂਣਾ ਪੈਂਦਾ। ਅੱਛਾ, ਇੱਥੇ ਤਾਂ ਕਰਕੇ ਸਾਨੂੰ ਫਿਰ ਪਾਣੀ ਦਾ ਉਹ ਪੱਠੀਆਂ ਵੀ ਇਹ ਦੇ ਗਏ, ਹਰਿਆਣੇ ਵਾਲੇ ਦੇ ਗਏ ਆ। ਅੱਛਾ, ਉਹ ਉਸ ਕਰਕੇ ਅਸੀਂ ਤੜਕੇ ਨਾ ਪਾਣੀ ਅੱਗ ਬਸ ਵਕਤੇ 3 ਵਜੇ ਉੱਠ ਕੇ ਬਾਲ ਦੀਦੀ ਆ। ਤੇ ਮੁੜ ਕੇ ਨਹਾਈ ਜਾਈਦੇ ਸਾਰੇ ਬੰਦੇ, ਉੱਥੇ ਸਾਰੇ 5-6 ਟਰਾਲੀਆਂ ਇਕੱਠੇ ਹੀ ਅਸੀਂ ਕੋਠੇ ਖਾਣਾ ਬਣਾਉਂਦੇ ਆ। ਸੋ 5-6 ਟਰਾਲੀਆਂ ਦਾ ਖਾਣਾ ਵੀ ਇਕੱਠਾ ਤੇ ਇੱਥੇ ਨਹਾ ਲੈਣੇ ਆ, ਪਾਣੀ ਵੀ ਗਰਮ ਇਕੱਠਾ ਹੋ ਜਾਂਦਾ। 3 ਵਜੇ ਅਸੀਂ ਅੱਗ ਬਾਲ ਦੇਣੀ ਆ ਤੇ ਮੁੜ ਕੇ ਜਿਵੇਂ ਜਿਵੇਂ ਸੂਤ ਲੱਗਦਾ ਨਹਾਈ ਜਾਣੇ, ਪਾਣੀ ਕੱਢੀ ਜਾਣਾ, ਪਾਈ ਜਾਣਾ। ਹਾਂ, ਸੋ ਇਹ ਵੇਖੋ ਮੋਰਚੇ ਜਿਹੜੇ ਨੇ, ਤਾਂ ਮੋਰਚਿਆਂ ਦੇ ਉੱਤੇ ਸਾਡੇ ਦੇਸੀ ਜੁਗਾੜ ਜਿਹੜੇ ਨੇ ਬੜੇ ਕਾਮਯਾਬ ਨੇ। ਵੈਸੇ ਤਾਂ ਹਾਲਾਤ ਦੇ ਅਨੁਸਾਰ ਜ਼ਿਮੀਂਦਾਰ ਕਈ ਵਾਰੀ ਕਈ ਦੇ ਥੱਲੇ ਅੱਗ ਬਾਲ ਕੇ ਵੀ ਰੋਟੀ ਸੇਕ ਲੈਂਦਾ। ਸੋ ਜ਼ਿਮੀਂਦਾਰ ਜਿਹੜਾ ਨਾ ਇਹ ਹਰ ਔਖੇ ਤੋਂ ਔਖੇ ਹਾਲਾਤ ਵਿੱਚ ਜੀਣ ਦਾ ਇਹਨੂੰ ਸਾਰੀਆਂ ਜੁਗਤੀਆਂ ਨੇ। ਹਾਂਜੀ, ਅੱਛਾ, ਰੋਟੀਆਂ ਵਾਲੀਆਂ ਭੱਠੀਆਂ ਉਧਰ ਵੱਖਰੀਆਂ ਬਣਾਈਆਂ ਨੇ ਜੀ, ਤੇ ਪਾਣੀ ਗਰਮ ਕਰਨ ਦੇ ਵਾਸਤੇ ਇਹ ਜੁਗਾੜ ਜਿਹੜਾ ਇਹ ਵੱਖਰਾ ਜੀ। ਸੋ ਵੇਖੋ ਇਹ ਮੱਗ ਦੇ ਕੋਲੇ ਜਿਹੜੇ ਨੇ ਨਾ, ਮੱਗ ਦੀਆਂ ਲੱਕੜਾਂ, ਇਹ ਇੰਨਾ ਹੀ ਜੋਸ਼ ਜਿਹੜਾ ਨਾ ਇਹਨਾਂ ਜ਼ਿਮੀਂਦਾਰਾਂ ਦੇ ਅੰਦਰ ਵੀ ਮੱਗਦਾ ਪਿਆ। ਤੇ ਇਸ ਵੇਲੇ ਬਾਬਾ ਰਾਤ ਹੋ ਚੁੱਕੀ ਹੈ ਤੇ ਦੁੱਧ ਕਾੜਨੇ ਧਰਿਆ। ਸਰਦਾਰ ਸਾਹਿਬ ਪਹਿਰੇ ਤੇ ਬੈਠੇ ਨੇ ਤੇ ਨਾਲ ਵੀਰ ਸਾਰੇ ਬੈਠੇ ਨੇ, ਤੇ ਅਸੀਂ ਵੀ ਆਏ ਆ। ਤੇ ਦੁੱਧ ਜਿਹੜਾ ਨਾ ਇਹਨਾਂ ਨੇ ਸਾਨੂੰ ਵੀ ਹੁਣ ਛਕਣ ਨੂੰ ਦੇ ਦਿੱਤਾ। ਸੋ ਇਹ ਪਾਟੀਆਂ, ਗਲਾਸ, ਇੰਤਜ਼ਾਮ ਸਾਰੇ ਮੌਜੂਦ ਨੇ। ਸੋ ਸਾਡੇ ਨਾਲ ਭਾਈ ਸਾਹਿਬ ਭਾਈ ਰਣਧੀਰ ਸਿੰਘ ਵੀ ਆਏ ਹੋਏ ਨੇ। ਵਿਸ਼ੇਸ਼ ਤੌਰ ਤੇ ਆਪਾਂ ਦੇਖਦੇ ਹਾਂ ਕਿ ਸਾਰੇ ਪਾਸੇ ਜਿੱਥੇ ਵੀ ਗਏ ਆ। ਸੋ ਭਾਈ ਸਾਹਿਬ ਜੀ, ਤੁਸੀਂ ਵੀ ਥੋੜਾ ਜਿਹਾ ਦੁੱਧ ਦਾ ਗੱਫਾ ਲਾਇਆ, ਕਿਵੇਂ ਦਾ ਲੱਗ ਰਿਹਾ ਇੱਥੇ? ਇਹ ਦੁੱਧ ਨਹੀਂ, ਅੰਮ੍ਰਿਤ ਆ ਇਹਨਾਂ ਨੇ ਤਿਆਰ ਕੀਤਾ ਹੋਇਆ ਜੀ। ਹਾਂਜੀ, ਇਹ ਜ਼ਿਮੀਂਦਾਰਾਂ ਦੇ ਜਿਹੜੇ ਇਹਨਾਂ ਨੇ ਆਪਣੀ ਹੱਥੀਂ ਤਿਆਰ ਕੀਤਾ, ਤੇ ਪਿੰਡਾਂ ਵਿੱਚੋਂ ਕਿਸਾਨ ਹੀ ਭੇਜ ਰਹੇ ਦੁੱਧ ਇੱਥੇ ਸਾਰਾ। ਬਿਲਕੁਲ, ਸਾਨੂੰ ਨੇ ਦੱਸਿਆ ਜੀ ਵੀ ਇੱਕ ਵੇਲੇ ਦਾ ਦੁੱਧ ਇੱਧਰ ਭੇਜਦੇ ਆ। ਜਿਹੜੇ ਇਲਾਕੇ ਦੇ ਜਾਟ ਨੇ ਨਾ, ਉਹ ਇੱਕ ਚੋਣਾ ਜਿਹੜਾ ਜੇ ਮੰਨ ਲਓ ਸਵੇਰ ਦਾ ਦੁੱਧ ਇੱਧਰ ਆਉਣਾ ਤੇ ਸ਼ਾਮ ਦਾ ਘਰੇ ਵਰਤਣਾ, ਤੇ ਉਹ ਦੁੱਧ ਆ ਜਿਹੜਾ ਅਸੀਂ ਚੱਕਦੇ ਨੇ। ਸੋ ਸਾਨੂੰ ਇਹ ਲੱਗਦਾ ਵੀ ਮਹਾਰਾਜ ਬਹੁਤ ਜਲਦੀ ਇਸ ਨੂੰ ਸਫਲਤਾ ਕਿਸਾਨਾਂ ਨੂੰ ਮਹਾਰਾਜ ਦੇਣਗੇ।
ਮੇਰੀ ਸੁੱਤ ਵਿੱਚ ਇੰਨਾ ਲੰਮਾ ਤੇ ਇੰਨਾ ਸਖਤ ਸਰਦੀ ਦੇ ਵਿੱਚ ਬਾਹਰ ਬੈਠ ਕੇ ਮੋਰਚਾ ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲਾਂ ਦੇਖਿਆ। ਮੈਂ 60 ਸਾਲ ਦਾ ਹੋ ਚੱਲਿਆ, ਸੋ ਤਕਰੀਬਨ ਜਦੋਂ ਦੀ ਸੁੱਤ ਸੰਭਾਲੀ ਸਾਰੇ ਸੰਘਰਸ਼ ਦਾ ਪਤਾ। ਪਰ ਇਹ ਇੱਕ ਵੱਖਰੀ ਤਰ੍ਹਾਂ ਦਾ ਮੋਰਚਾ ਹੈ ਜਿਹੜਾ ਦਿੱਲੀ ਨੂੰ ਕੂਚ ਕੀਤਾ ਸਾਰਿਆਂ ਨੇ, ਤੇ ਇੱਥੇ ਮੋਰਚੇ ਲਾ ਲਏ ਆ। ਤੇ ਕਿਸਾਨਾਂ ਦੀ ਬੜੀ ਵੱਡੀ ਤਿਆਰੀ ਹੈ। ਜੋ ਕਹਿੰਦੇ ਸੀ 6-6 ਮਹੀਨੇ ਦਾ ਰਾਸ਼ਨ ਲੈ ਕੇ ਆਏ, ਮੈਂ ਕਹਿੰਦਾ ਹੁਣ ਸਦਾ ਦਾ ਉਹ ਕਹਿੰਦੇ ਘਰ ਹੀ ਬਣਾ ਸਕਦੇ ਇੱਥੇ। ਹਾਂਜੀ ਬਿਲਕੁਲ। ਸੋ ਭਾਈ ਗੁਰਪ੍ਰੀਤ ਸਿੰਘ ਜੀ, ਜੋ ਤੁਸੀਂ ਸੇਵਾ ਕਰ ਰਹੇ ਆ ਕੇ ਸੰਗਤ ਟੀਵੀ ਲਈ, ਬਹੁਤ ਤੁਹਾਡੀ ਇਹੋ ਸਖਤ ਮਿਹਨਤ ਆ ਜਿਹੜਾ ਤੁਸੀਂ ਸੰਗਤਾਂ ਨੂੰ ਦਰਸ਼ਨ ਕਰਾ ਰਹੇ, ਤੁਹਾਡਾ ਧੰਨਵਾਦ। ਸੋ ਸੰਗਤ ਜੀ, ਇਹ ਵੇਖੋ, ਮੈਂ ਸਮਝਦਾ ਕਿ ਇੱਥੇ ਆ ਕੇ ਨਾ ਬੰਦਾ ਜ਼ਿਆਦਾਤਰ ਸਪੀਚਲੈਸ ਹੋ ਜਾਂਦਾ, ਅਲਫਾਜ਼ ਮੁੱਕ ਜਾਂਦੇ ਨੇ ਇਹਨਾਂ ਦੇ ਸੰਘਰਸ਼ ਦੇਖ ਕੇ, ਇਹਨਾਂ ਦੇ ਜਜ਼ਬੇ ਦੇਖ ਕੇ। ਤੇ ਥੋੜੇ ਜਿਹੇ ਲਫ਼ਜ਼ਾਂ 'ਚ ਗੱਲ ਜੇ ਮੁਕਾਉਣੀ ਹੋਏ ਨਾ, ਤੇ ਆਪਾਂ ਕਹਿ ਸਕਦੇ ਹਾਂ ਕਿ ਇਹ 20ਵੀਂ ਸਦੀ ਦਾ ਇਤਿਹਾਸ ਜਿਹੜਾ ਲਿਖਿਆ ਜਾ ਰਿਹਾ। ਬੜਾ ਕੁਝ ਸੋਚਿਆ ਸੀ ਲੋਕਾਂ ਨੇ ਕਰਨ ਦੇ ਵਾਸਤੇ, ਪਰ ਕਰਤਾ ਕਰੇ ਸੋ ਹੋਏ। ਸੋ ਉਹ ਗੱਲ ਵੀ ਇੱਥੇ ਸਮਝ ਆ ਰਹੀ ਹੈ। ਇੱਥੇ ਕਿਸੇ ਵਿਸ਼ੇਸ਼ ਬੰਦੇ ਦੀ ਕੋਈ ਕਿਸੇ ਦਾ ਆਰਡਰ ਨਹੀਂ ਚੱਲਦਾ ਪਿਆ, ਇਹ ਕਰਤਾ ਕਰੇ ਸੋ ਹੋਏ ਉਹੀ ਚੱਲੀ ਜਾ ਰਿਹਾ। ਸਾਰੇ ਆਪਣੇ ਆਪ ਹੀ ਇੱਕ ਰਾਏ ਇੱਕ ਮਤ ਹੋ ਕਰਕੇ ਚੱਲੀ ਜਾ ਰਹੇ ਨੇ। ਤੇ ਐਡਾ ਜ਼ਬਰਦਸਤ ਤੇ ਐਡਾ ਕੋਆਰਡੀਨੇਟਡ, ਐਡਾ ਵੈਲ ਮੈਨੇਜਡ ਸੰਘਰਸ਼ ਚੱਲਦਾ ਪਿਆ। ਤੇ ਸਾਡੇ ਵਰਗੇ ਜਿਹੜੇ ਆਉਂਦੇ ਨੇ ਉਹਨਾਂ ਨੂੰ ਵੀ ਛਕਣ ਨੂੰ ਇਦਾਂ ਦਾ ਗੱਫਾ ਮਿਲ ਜਾਂਦਾ। ਭਾਈ ਸਾਹਿਬ ਨੇ ਕਿਹਾ ਨਾ, ਅੰਮ੍ਰਿਤ, ਸੱਚਮੁੱਚ ਗੁਰਬਾਣੀ ਦੇ ਵਿੱਚ ਅੰਮ੍ਰਿਤ ਦੁੱਧ ਨੂੰ ਕਈ ਜਗ੍ਹਾ ਤੇ ਕਿਹਾ ਗਿਆ। ਸੋ ਇਸ ਸੰਘਰਸ਼ ਦੇ ਵਿੱਚ ਅੰਮ੍ਰਿਤ ਵਰਸਦਾ ਪਿਆ, ਅੰਮ੍ਰਿਤ ਵਰਤਦਾ ਪਿਆ। ਤੇ ਜ਼ਹਿਰਾਂ ਵਾਲਿਆਂ ਦੀ ਕਿੰਨਾ ਕੁ ਚਿਰ ਜ਼ਹਿਰ ਰਹਿ ਜਾਣੀ ਆ, ਆਖਰ ਉਹਨਾਂ ਦੀ ਵੀ ਜ਼ਹਿਰ ਮੈਨੂੰ ਲੱਗਦਾ ਕਿ ਮਹਾਰਾਜ ਮੁਕਾ ਹੀ ਦੇਤਾ, ਚੰਗੀ ਗੱਲ ਹੈ। ਤੇ ਕਿਸਾਨ ਨਾ ਪੱਕੇ ਪੈਰੀਂ ਆਏ ਨੇ। ਆਪਾਂ ਪਿਛਲੇ 3-4 ਦਿਨਾਂ ਤੋਂ ਇਹ ਸਾਰੀ ਗੱਲ ਸੁਣਦੇ ਪਏ ਆ, ਹਰ ਕੋਈ ਕਹਿੰਦਾ ਪੱਕੇ ਪੈਰੀਂ ਆਏ ਆ। ਉਹ ਪੱਕੇ ਪੈਰੀ ਹੁਣ ਤੁਸੀਂ ਦੇਖ ਲਓ, ਆ ਸਾਰੇ ਵਿਦ ਫੈਮਿਲੀ ਆਏ ਬੈਠੇ ਨੇ। ਤੇ ਕੀ ਜਜ਼ਬਾ ਹੋ ਸਕਦਾ। ਤੇ ਸਾਡੇ ਨਾਲ ਨੌਜਵਾਨ ਕਿਸਾਨ ਆਗੂ ਨੇ, ਇਹਨਾਂ ਨਾਲ ਗੱਲ ਕਰਦੇ ਹਾਂ। ਵੀਰ ਜੀ, ਪਹਿਲਾਂ ਆਪਣਾ ਨਾਮ ਤੇ ਦੱਸਿਓ, ਕਿੱਥੋਂ ਆਏ? ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਮੀਤ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ। ਤੇ ਇਹ ਸਾਰਾ ਜਥਾ ਜਿਹੜਾ ਤੁਹਾਡਾ ਆਇਆ, ਕਿਹੜੇ ਨਗਰਾਂ ਤੋਂ ਮੁੱਖ ਤੌਰ ਤੇ ਤੁਹਾਡੇ ਨਾਲ ਜਿਹੜੇ ਬੈਠੇ ਨੇ? ਇਹ ਅਸੀਂ ਅਲੱਗ-ਅਲੱਗ ਨਗਰ ਤੋਂ ਆਏ ਜੀ। ਮੇਰਾ ਨਗਰ ਗੁਰਦੀਪ ਸਿੰਘ ਵਾਲਾ ਜੀ, ਫਰੀਦਕੋਟ ਜ਼ਿਲ੍ਹੇ 'ਚ। ਇਹ ਝਬੇਲ ਵਾਲੀ ਨਗਰ ਦੇ ਸਾਥੀ ਨੇ ਮੁਕਤਸਰ ਜ਼ਿਲ੍ਹੇ ਤੋਂ। ਤੋਂ ਨਾਲ ਹੀ ਇੱਧਰ ਜੈਤੋ ਇਲਾਕੇ ਦੇ ਸਾਰੇ ਅਲੱਗ-ਅਲੱਗ ਨਗਰਾਂ ਤੋਂ ਅਸੀਂ, ਜਿਹੜੇ ਜ਼ਿਆਦਾ ਇਹ ਇਲਾਕੇ 'ਚ ਫਰੀਦਕੋਟ ਤੇ ਮੁਕਤਸਰ ਦੇ, ਕਿਉਂਕਿ ਜਿੱਦਣ ਅਸੀਂ ਪੰਜਾਬ ਤੋਂ ਤੁਰੇ ਹੈਗੇ ਆ, ਜਿਹੜੇ ਅਲੱਗ-ਅਲੱਗ ਰੂਟ ਤੈਅ ਹੋਏ ਸੀਗੇ। ਇੱਕ ਮਾਝੇ ਦੁਆਬੇ ਦੇ ਜ਼ਿਲ੍ਹਿਆਂ ਦਾ ਸੀਗੇ, ਸ਼ੰਭੂ ਥਾਣੀ ਜਾਣਗੇ, ਔਰ ਜਿਹੜੇ ਆਪਣੇ ਸੀਗੇ ਮੋਗਾ ਤੇ ਲੁਧਿਆਣਾ, ਸੰਗਰੂਰ, ਪਟਿਆਲਾ ਵੀ ਉਹ ਵਾਇਆ ਖਨੌਰੀ ਆਉਣਗੇ। ਔਰ ਤੀਸਰਾ ਰੂਟ ਸੀਗਾ ਕਿ ਅਸੀਂ ਦੂਜਾ 25 ਤਰੀਕ ਨੂੰ ਰਾਤ ਉੱਥੇ ਤਲਵੰਡੀ ਸਾਬੋ ਗੁਰੂ ਘਰ ਰੁਕੇ ਸੀਗੇ, ਤੇ 26 ਨੂੰ ਅਸੀਂ ਵਾਇਆ ਸਰਦੂਲਗੜ੍ਹ ਅਸੀਂ ਆਏ ਸੀਗੇ। ਇਧਰ ਦੀ ਅਸੀਂ ਫਰੀਦਕੋਟ, ਮੁਕਤਸਰ, ਫਾਜ਼ਿਲਕਾ, ਬਠਿੰਡਾ, ਇਹ ਜ਼ਿਲ੍ਹੇ ਆਏ ਸੀਗੇ। ਤੋਂ ਇਧਰ ਜ਼ਿਲ੍ਹੇ ਜ਼ਿਆਦਾਤਰ ਉਹ ਬੈਠੇ ਨੇ, ਮਾਲਵੇ ਦੇ ਉਹ ਜ਼ਿਲ੍ਹੇ ਨੇ। ਮਾਲਵੇ ਦੇ ਜ਼ਿਲ੍ਹੇ ਇੱਧਰ ਇਸ ਬਾਰਡਰ ਤੇ ਜ਼ਿਆਦਾ ਉਹ ਨੇ। ਹਾਂਜੀ। ਮਾਝਾ ਦੁਆਬਾ ਸਾਰਾ ਸਿੰਘੂ ਆ, ਤੇ ਮਾਲਵੇ ਦੇ ਕਾਫੀ ਜ਼ਿਲ੍ਹੇ ਉਧਰ ਨੇ, ਪਰ ਮਾਲਵੇ ਦੇ ਇੱਧਰ ਜਿਹੜਾ ਫਰੀਦਕੋਟ, ਫਿਰੋਜ਼ਪੁਰ, ਫਾਜ਼ਿਲਕਾ, ਇਹ ਇਲਾਕੇ ਇੱਧਰ ਨੇ। ਹਾਂਜੀ। ਸੋ ਬਿਲਕੁਲ। ਸੋ ਇੱਕ ਬੜੀ ਪੁਆਇੰਟ ਢੰਗ ਦੇ ਨਾਲ ਹੈ ਨਾ, ਉਹ ਆਮ ਤੌਰ ਤੇ ਕਿਹਾ ਤੇ ਕਹਿੰਦੇ ਹੁੰਦਾ ਵੀ ਜੱਟ ਤਾਂ ਧੱਕੇ ਨਾਲ ਹੀ ਕਰਦੇ ਨੇ, ਪਰ ਧੱਕੇ ਦੇ ਵਿੱਚ ਵੀ ਐਰਕਾ ਬੜੀ ਵਿਉਂਤ ਦੇ ਨਾਲ ਵੀ ਆਪਾਂ ਕਹਿ ਸਕਦੇ ਹਾਂ ਕਿ ਸਾਰੀ ਪਲੈਨਿੰਗ ਕੀਤੀ ਹੈ। ਤੇ ਪਲੈਨਿੰਗ ਦੇ ਅਨੁਸਾਰ ਕਿਵੇਂ ਚੱਲਦਾ ਪਿਆ? ਬਹੁਤ ਵਧੀਆ ਚੱਲ ਰਿਹਾ ਜੀ। ਔਰ ਮਤਲਬ ਕੁਝ ਚੀਜ਼ਾਂ ਬੜੀਆਂ ਹੈਰਾਨੀਜਨਕ ਨੇ ਕਿ, ਔਰ ਸਾਡੀ ਖੁਸ਼ਕਿਸਮਤੀ ਆ ਕਿ ਅਸੀਂ ਇਤਿਹਾਸ ਸਿਰਜਿਆ ਜਾ ਰਿਹਾ ਕਿ ਉਹਦੇ ਦਰਸ਼ਕ ਨਹੀਂ, ਉਹਦੇ ਪਾਤਰ ਆ। ਔਰ ਦੁਨੀਆ ਭਰ ਦੇ ਵਿੱਚ ਜਿੰਨਾ ਵੀ ਸਾਡਾ ਪੰਜਾਬੀ ਭਾਈਚਾਰਾ ਵਸਦਾ, ਭਾਰਤ ਦੇ ਲੋਕ ਵਸਦੇ, ਉਹਨਾਂ ਨੇ ਇਸ ਮੂਵਮੈਂਟ ਨੂੰ ਕੌਮਾਂਤਰੀ ਪੱਧਰ ਦੀ ਬਣਾਉਣ ਦੇ ਵਿੱਚ ਬੜਾ ਇੱਕ ਅਹਿਮ ਯੋਗਦਾਨ ਜਿਹੜਾ ਉਹ ਅਦਾ ਕੀਤਾ ਹੈਗਾ। ਦੁਨੀਆ ਭਰ ਦੇ ਜਿਹੜੀਆਂ ਭਾਰਤ ਦੀਆਂ ਐਮਬੈਸੀਜ਼ ਨੇ, ਉਹਦੇ ਅੱਗੇ ਪ੍ਰੋਟੈਸਟ ਹੋਏ ਹੈਗੇ ਆ, ਰੋਸ ਪ੍ਰਦਰਸ਼ਨ ਹੋਏ ਆ, ਹੋਰ ਤਨ ਮਨ ਧਨ ਦੇ ਨਾਲ ਪੂਰੀ ਇਸ ਘੋਲ ਦੀ ਜਿਹੜੀ ਹੈਗੀ ਆ ਉਹ ਹਮਾਇਤ ਕੀਤੀ ਆ। ਔਰ ਇਹਦੇ ਘੋਲ ਦੀਆਂ, ਜੇ ਆਪਾਂ ਇਹਨੂੰ ਕਾਨੂੰਨਾਂ ਦੀ ਗੱਲ ਨੂੰ ਇੱਕ ਵਾਰੀ ਪਾਸੇ ਰੱਖ ਲਈਏ,
ਵੀ ਉਹ ਤਾਂ ਇਹਦੀ ਇੱਕ ਪ੍ਰਾਪਤੀ ਹੋਣੀ, ਜਿਹੜੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਨੇ ਉਹ ਬੜੀਆਂ ਕਮਾਲ ਦੀਆਂ ਨੇ। ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਲੋਕ ਇਸ ਗੱਲੋਂ ਬੜੇ ਪਰੇਸ਼ਾਨ ਸੀਗੇ ਕਿ ਇੰਨੀ ਲੱਚਰ ਗਾਇਕੀ ਆ ਗਈ ਆ, ਬੱਸਾਂ 'ਚ ਚੜ੍ਹਨਾ ਮੁਸ਼ਕਲ ਆ, ਮੋਬਾਈਲਾਂ 'ਚ ਉਹ ਗਾਣੇ ਵੱਜਦੇ ਆ। ਪਰ ਇਹ ਪਿਛਲੇ 2 ਮਹੀਨਿਆਂ 'ਚ ਬਿਲਕੁਲ ਹੀ ਸਾਰੀ ਤਸਵੀਰ ਬਦਲ ਗਈ ਕਿ ਟਰੈਕਟਰਾਂ ਦੇ ਸੰਘਰਸ਼ ਦੇ ਗਾਣੇ ਵੱਜਦੇ ਆ, ਬੱਸਾਂ 'ਚ ਸੰਘਰਸ਼ ਦੇ ਗਾਣੇ ਵੱਜਦੇ ਆ, ਮੋਬਾਈਲਾਂ ਦੇ ਸੰਘਰਸ਼ ਦੇ ਗਾਣੇ ਵੱਜਦੇ ਆ। ਔਰ ਪਿਛਲੇ 40 ਸਾਲਾਂ 'ਚ ਉਹਨੇ ਸੰਘਰਸ਼ ਦੇ ਗਾਣੇ ਨਹੀਂ ਆਏ ਹੋਣਗੇ ਜਿੰਨੇ ਪਿਛਲੇ 40 ਦਿਨਾਂ ਦੇ ਵਿੱਚ ਆਏ ਹੈਗੇ ਆ। ਔਰ ਇੱਕ ਚੀਜ਼ ਹੋਰ ਬੜੀ ਕਮਾਲ ਦੀ ਹੋਈ ਕਿ ਇਹਨਾਂ ਦਿਨਾਂ 'ਚ ਤੁਹਾਨੂੰ ਪੰਜਾਬ 'ਚ ਕਿਸਾਨਾਂ ਦੀ ਖੁਦਕੁਸ਼ੀ ਦੀ ਖਬਰ ਦੇਖਣ ਨੂੰ ਨਹੀਂ ਮਿਲ ਰਹੀ ਹੋਊਗੀ ਕਿਤੇ, ਕਿਉਂਕਿ ਪੰਜਾਬ ਦੀ ਖਾਸੀਅਤ ਜੋ ਸਾਡੀ ਵਿਰਸੇ ਦੀ ਵਿਰਾਸਤੀ ਹੈਗੀ ਆ ਕਿ ਪੰਜਾਬ ਬਾਚੀ ਜਦੋਜਹਿਦ ਕਰਕੇ ਸਕਦਾ, ਬਾਚੀ ਸੰਘਰਸ਼ ਦੇ ਮੈਦਾਨ 'ਚ ਸਕਦਾ। ਔਰ ਜਦੋਂ ਪੰਜਾਬ ਨੇ ਸਾਰੀ ਨਿਰਾਸ਼ਾ ਤੋੜ ਕੇ ਜਦੋਂ ਆਇਆ, ਮੈਂ ਤੁਹਾਨੂੰ ਬੜੀ ਇੰਟਰਸਟਿੰਗ ਗੱਲ ਦੱਸਦਾ ਕਿ ਅਸੀਂ 25 ਰਾਤ ਨੂੰ ਜਦੋਂ ਉੱਥੇ ਦਮਦਮਾ ਸਾਹਿਬ 4 ਜ਼ਿਲ੍ਹੇ ਉਧਰ ਇਕੱਠੇ ਹੋਏ ਤਾਂ ਇਹ ਸੀਗੇ 26 ਤਰੀਕ ਨੂੰ ਸਵੇਰ ਚੱਲਣਾ ਹੈਗਾ, ਤੇ ਉਦੋਂ ਉਸ 2 ਦਿਨ ਬਾਰਿਸ਼ ਵੀ ਹੋਈ, ਬਾਰਿਸ਼ ਵੀ ਹੋਈ। ਤੋ ਕਿਸਾਨੀ ਦੇ ਵਿੱਚ ਜਿਹਨਾਂ ਦਾ ਹੋਏਗਾ ਸੀ ਵੀ ਕਣਕ ਬੀਜਣ ਵਾਲੀ ਆ, ਉਹ ਵੇਟ ਕਰਨ ਲੱਗ ਗਏ ਕਿਉਂਕਿ ਕਿਉਂਕਿ ਹੁਣ ਤਾਂ ਇੰਟਰਨੈਟ ਰਾਹੀਂ ਪਹਿਲਾਂ ਅਨੁਮਾਨ ਆ ਜਾਂਦਾ ਹੈਗਾ ਬਾਰਿਸ਼ ਦਾ। ਤੋ ਉਹ ਗਿਣਤੀ ਮਤਲਬ ਉਨੀ ਨਹੀਂ ਸੀ ਜਿੰਨੀ ਅਸੀਂ ਐਕਸਪੈਕਟ ਕਰਦੇ ਸੀਗੇ। ਪਰ ਜਦੋਂ ਅਸੀਂ ਉਧਰੋਂ ਸਰਦੂਲਗੜ੍ਹ ਤੋਂ ਅੱਗੇ ਹਾਂਸਪੁਰ ਪਿੰਡ ਜਿੱਥੇ ਨਾਕਾ ਸੀਗਾ, ਹਰਿਆਣੇ ਦਾ ਪਿੰਡ ਆ, ਉਹ ਨਾਕਾ ਤੋੜ ਕੇ ਆਏ ਤੇ ਉਹ ਹਾਂਸਪੁਰ ਨਗਰ ਨੇ ਮਤਲਬ ਲੰਗਰ ਦਾ ਪ੍ਰਬੰਧ ਕੀਤਾ ਹੋਇਆ ਸੀਗਾ। ਹਰਿਆਣਾ ਦਾ ਪਿੰਡ ਆ, ਉੱਥੇ ਅਸੀਂ ਪ੍ਰਸ਼ਾਦਾ ਛਕ ਕੇ ਤੁਰੇ। ਤੋ ਸਾਨੂੰ ਇਹ ਸੀਗਾ ਕਿ ਹੁਣ ਦੇਖ ਜਿੱਥੋਂ ਤੱਕ ਪਹੁੰਚ ਸਕਦੇ ਪਹੁੰਚੀਏ। ਅਸੀਂ ਰਾਤ ਨੂੰ 10 ਵਜੇ ਹਿਸਾਰ ਤੋਂ ਲਗਭਗ 20 ਕਿਲੋਮੀਟਰ ਪਿੱਛੇ ਸੀਗੇ ਜਿੱਥੇ ਅਸੀਂ ਮਤਲਬ ਖਾਣਾ ਖਾਣ ਵਾਸਤੇ ਰੁਕੇ ਢਾਬੇ ਤੇ। ਉਦੋਂ ਤੱਕ ਮਤਲਬ ਐ ਜਿਵੇਂ ਨਾ ਇਲੈਕਟ੍ਰੀਫਾਈ ਹੋ ਗਿਆ ਸਾਰਾ ਮਾਹੌਲ ਪੰਜਾਬ ਦਾ। ਫੋਨ ਆਉਣ ਲੱਗ ਗਏ ਵੀ ਯਾਰ ਉਹਦਾ ਕਮਾਲ ਹੋ ਗਈ, ਅਸੀਂ ਪਿੱਛੇ ਰਹਿ ਗਏ। ਮਤਲਬ ਉੱਥੋਂ ਅਸੀਂ ਖੜ ਕੇ ਲਾਈਵ ਹੋਏ ਬੋਲੇ ਕਿ ਜਿਹੜਾ ਹੁਣ ਚੱਲ ਸਕਦਾ ਹੁਣ, ਸੁਬਾਹ ਚੱਲ ਸਕਦਾ ਸੁਬਾਹ। ਤੇ ਅਗਲੇ ਦਿਨ ਤੋਂ ਹੀ ਮਤਲਬ ਪੰਜਾਬ ਦੇ ਵਿੱਚ ਮਾਹੌਲ ਜਿਹੜਾ ਸੀਗਾ ਉਹ ਬਣ ਗਿਆ। ਉਹ ਮਤਲਬ ਉਹ 7-8 ਘੰਟਿਆਂ ਨੇ ਮਾਹੌਲ ਬਦਲ ਦਿੱਤਾ ਸੰਘਰਸ਼ ਨੇ, ਹਨਾ। ਜਿਹੜੀ ਤੁਸੀਂ ਗੱਲ ਕੀਤੀ ਉਹ ਸੰਘਰਸ਼ ਨੇ ਮਾਹੌਲ ਬਦਲ ਦਿੱਤਾ। ਵੇਖੋ ਇੱਕ ਹੋਰ ਗੱਲ ਵੀਰ ਨੇ ਜਿਹੜੀ ਸਾਂਝੀ ਕੀਤੀ ਹੈ ਕਿ ਇਸ ਸਮੇਂ ਦੌਰਾਨ ਕਿਤੇ ਖੁਦਕੁਸ਼ੀ ਦਾ ਮਸਲਾ, ਜਿਹੜਾ ਕਿਸਾਨ ਖੁਦਕੁਸ਼ੀ ਦਾ ਜਿਹੜਾ ਆਮ ਤੌਰ ਤੇ ਪਿੰਡਾਂ 'ਚ ਹੁੰਦਾ ਸੀ, ਬਿਲਕੁਲ ਕਿਤੇ ਨਜ਼ਰ ਵੀ ਨਹੀਂ ਆ ਰਿਹਾ। ਮੈਨੂੰ ਇਹ ਇੱਕ ਬੜਾ ਵੱਡਾ ਸੁਨੇਹਾ ਆ ਕਿ ਉਹ ਜਾਗ ਚੁੱਕੇ ਨੇ। ਖੁਦਕੁਸ਼ੀ ਇਨਸਾਨ ਉਦੋਂ ਕਰਦਾ ਜਦੋਂ ਬਿਲਕੁਲ ਨਿਰਾਸ਼ਾ ਦੇ ਆਲਮ 'ਚ ਚਲਾ ਜਾਂਦਾ। ਪੰਜਾਬੀ ਗਜ਼ਲਗੋ ਨੇ ਜਸਵਿੰਦਰ, ਮੈਨੂੰ ਉਹਨਾਂ ਦੀਆਂ 4 ਸਤਰਾਂ ਯਾਦ ਨੇ। ਉਹਨਾਂ ਨੇ ਇਹ ਸੀਗਾ ਕਿ ਦੂਰ ਦੇ ਰਾਹੀਆਂ ਨੂੰ ਕੀ ਭੁੱਖਾਂ ਤੇ ਕੀ ਨੀਂਦਰਾਂ, ਚੱਲ ਵੀ ਮਰਦਾਨਿਆਂ ਹੁਣ ਚੱਲੀਏ ਅਗਲੇ ਗਰਾਂ, ਕਦਮ ਇੱਕ ਪੁੱਟਿਆ ਤਾਂ ਭੁਰ ਗਈਆਂ ਪਤਾਸੇ ਵਾਂਗਰਾਂ, ਕੀ ਪਤਾ ਸੀ ਇੰਨੀਆਂ ਕਮਜ਼ੋਰ ਨੇ ਇਹ ਠੋਕਰਾਂ। ਮਤਲਬ ਕਿ ਉਹ ਜਿਹੜੇ ਬੈਰੀਗੇਡਸ ਉਹਨੂੰ ਸਰਕਾਰ ਨੇ ਬੜੀ ਸਾਡੀ ਤਾਕਤੇ ਬਣਾ ਕੇ ਲਾਏ, ਉਹ ਅੜੇ ਹੀ ਨਹੀਂ। ਮਤਲਬ ਐ ਲੱਗਦਾ ਵੀ ਵਾਕਈ ਸਾਬਤ ਹੋ ਗਿਆ ਵੀ ਵਾਕਈ ਕਿੰਨੀਆਂ ਕਮਜ਼ੋਰ ਉਹ ਠੋਕਰਾਂ ਸੀਗੀਆਂ। ਔਰ ਉਹਨੇ ਮਤਲਬ ਉਹ ਬੈਰੀਗੇਡ ਨਹੀਂ ਤੋੜੇ, ਉਹ ਕੇਂਦਰ ਸਰਕਾਰ ਦਾ, ਮੋਦੀ ਸਰਕਾਰ ਦਾ ਹੰਕਾਰ ਤੋੜਿਆ। ਔਰ ਉਸ ਤੋਂ ਬਾਅਦ ਤਾਂ ਜਿਵੇਂ ਕਹਿੰਦੇ ਫਲੱਡ ਗੇਟ ਖੁੱਲ ਗਏ, ਸਾਰਾ ਪੰਜਾਬ ਇੱਧਰ ਨੂੰ ਹੁਣ ਤੁਰਿਆ ਆ ਰਿਹਾ। ਟਿੱਕਰੀ ਹੁਣ ਯੂਪੀ ਵਾਲੇ ਪਾਸੇ ਥੋੜਾ ਬਹੁਤਾ ਪੁਲਿਸ ਜਿਹੜੀ ਰੋਕਦੀ ਪੁੱਛਗਿੱਛ ਕਰਦੀ ਹੈ ਥੋੜੀ ਬਹੁਤੀ, ਕਿਉਂਕਿ ਉੱਥੇ ਵੀ ਬੀਜੇਪੀ ਸਰਕਾਰ ਹੈ। ਪਰ ਇੱਧਰ ਹਰਿਆਣੇ ਦੇ ਵਿੱਚ ਤਾਂ ਬਿਲਕੁਲ ਹੁਣ ਕੰਮ ਖੁੱਲਾ ਹੈ, ਕੋਈ ਰੋਕ ਟੋਕ ਨਹੀਂ, ਸਗੋਂ ਰਸਤਾ ਬਣਾ ਕੇ ਦਿੰਦੀ ਹੈ ਪੁਲਿਸ ਵੀ ਇੱਧਰ ਨੂੰ ਇਹ ਗੱਡੀਆਂ ਲੰਘ ਜਾਣ ਝੰਡਿਆਂ ਵਾਲੀਆਂ। ਸੋ ਮੈਂ ਸਮਝਦਾ ਕਿ ਉਸ ਸੰਘਰਸ਼ ਨੇ, ਜਿਹਨੂੰ ਕਹਿੰਦੇ ਨਾ ਕਿ ਜਿਹੜਾ ਲਲਕਾਰਾ ਮਾਰਿਆ ਸੀਗਾ ਨਾ ਪੰਜਾਬ ਦੀ ਕਿਸਾਨੀ ਨੂੰ, ਤੇ ਲਲਕਾਰੇ ਦੇ ਉੱਤੇ ਤਾਂ ਫਿਰ ਇਹ ਪਿੱਛੇ ਨਹੀਂ ਹਟਣ ਵਾਲੇ। ਬਿਲਕੁਲ ਜੀ, ਬਿਲਕੁਲ ਹਾਂ ਬਿਲਕੁਲ ਜੀ। ਤਾਂ ਹੈ। ਬੱਚੇ ਵੀ ਨਾਲ ਲੈ ਕੇ ਆਏ ਹੋ ਹੈ? ਹਾਂਜੀ ਬੇਟਾ। ਇਹ ਬੇਟਾ ਜੀ, ਕੀ ਨਾਮ ਬੇਟਾ ਤੁਹਾਡਾ? ਮੇਰਾ ਨਾਮ ਜਰਨੈਲ ਸਿੰਘ। ਜਰਨੈਲ ਸਿੰਘ। ਤੇ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਹੈ ਸਾਰਾ ਮਾਹੌਲ? ਤੁਸੀਂ ਬਹੁਤ ਵਧੀਆ ਜੀ। ਬਹੁਤ ਵਧੀਆ। ਤੇ ਕਦੀ ਇਦਾਂ ਦਾ ਪਹਿਲਾਂ ਤਾਂ ਤੁਸੀਂ ਕੀ ਵੇਖਣਾ ਸੀ? ਇੱਥੇ ਬਜ਼ੁਰਗਾਂ ਨੇ ਵੀ ਨਹੀਂ ਵੇਖਿਆ, ਮੈਨੂੰ ਲੱਗਦਾ ਫਸਟ ਟਾਈਮ ਇੱਕ ਐਡਾ ਵੱਡਾ ਇਕੱਠ। ਤੇ ਫਿਰ ਕਲਾਸ ਵਗੈਰਾ ਇੱਥੋਂ ਆਨਲਾਈਨ ਹੀ ਚੱਲਦੀ ਜਾਂ ਕਿਵੇਂ ਕਰਦੇ? ਹਾਂਜੀ, ਪੇਪਰ ਖਤਮ ਹੋਇਆ ਜੀ ਕੱਲ। ਅੱਛਾ ਜੀ। ਹਾਂਜੀ। ਤੇ ਇੱਥੋਂ ਲੈਪਟਾਪ ਜਾਂ ਮੋਬਾਈਲ ਦੇ ਉੱਤੇ ਕਲਾਸਾਂ ਸ਼ੁਰੂ ਹੋਈਆਂ ਕਿ ਅਜੇ ਛੁੱਟੀਆਂ ਚੱਲ ਰਹੀਆਂ ਨੇ? ਨਹੀਂ, ਮੋਬਾਈਲ ਦੇ ਉੱਤੇ ਕਲਾਸਾਂ ਲੱਗਦੀਆਂ। ਅੱਛਾ, ਮੋਬਾਈਲ ਤੇ ਕਲਾਸਾਂ ਲੱਗਦੀਆਂ ਨੇ। ਸੋ ਵੇਖੋ ਪੜ੍ਹਾਈ ਵੀ ਇੱਥੇ ਹੀ ਹੋ ਰਹੀ ਹੈ। ਸੋ ਮੈਂ ਸਮਝਦਾ ਵੀ ਬੜੇ ਸਾਰੇ ਪ੍ਰਬੰਧ ਕੁਦਰਤੀ ਇਹ ਸਾਰਾ ਕੁਝ। ਕਈ ਸਾਨੂੰ ਇੱਥੇ ਵੀਰ ਮਿਲੇ, ਤੁਹਾਡੇ ਨਾਲ ਵੀ ਉਹਨਾਂ ਨੇ ਸਾਂਝ ਕੀਤੀ ਸੀ ਕਿ ਉਹ ਇੱਥੋਂ ਹੀ ਫਰੋਮ ਹੋਮ ਆਪਰੇਟ ਕਰਦੇ ਪਏ ਨੇ। ਆਪਣਾ ਡਿਊਟੀ ਜਿਹੜੀ ਹੈ ਇੱਥੋਂ ਹੀ ਕਰ ਲੈਂਦੇ ਨੇ। 5 ਵਜੇ ਤੱਕ ਆਪਣੀਆਂ ਡਿਊਟੀਆਂ ਆਨਲਾਈਨ ਕਰਕੇ ਤੇ ਉਦੋਂ ਬਾਅਦ ਫਿਰ ਮੋਰਚੇ 'ਚ ਪਹੁੰਚ ਜਾਂਦੇ ਨੇ। ਸੋ ਇਹ ਮੈਨੂੰ ਲੱਗਦਾ ਕਿ ਇੱਕ ਪਲਾਨ ਠੀਕ ਹੈ, ਉਹਨਾਂ ਨੇ ਆਪਣੀ ਪਲਾਨ ਕੀਤੀ, ਪਰ ਰੱਬ ਨੇ ਆਪਣੀ ਪਲਾਨ ਐਸੀ ਕਰ ਦਿੱਤੀ ਕਿ ਸੰਘਰਸ਼ ਦੇ ਵਿੱਚ ਸਾਰੇ ਯੋਧੇ ਡਟੇ ਹੋਏ ਨੇ। ਜਵਾਨੀ ਦਾ ਜਿਹੜਾ ਤੁਸੀਂ ਦੇਖਿਆ
ਉਹਨਾਂ ਦਾ ਜਿਹੜਾ ਡਿਸਪਲਿਨ ਦੇਖਿਆ, ਉਹਨਾਂ ਦੇ ਸੈਲਫ ਮੈਨੇਜਮੈਂਟ ਜਿਹੜੀ ਆਪਾਂ ਦੇਖ ਰਹੇ ਹਾਂ, ਤੇ ਬਜ਼ੁਰਗਾਂ ਦੀ ਜਿਹੜੀ ਛਤਰ ਛਾਇਆ, ਇੱਕ ਬੜਾ ਸੁਮੇਲ ਜਿਹੜਾ ਇੱਥੇ ਨਜ਼ਰ ਆ ਰਿਹਾ ਸੰਘਰਸ਼ ਦੇ ਬਿਲਕੁਲ ਹਾਂ ਬਿਲਕੁਲ ਜੀ, ਬੜੀ ਇਹ ਕਮਾਲ ਦੀਆਂ ਗੱਲਾਂ ਹੋਈਆਂ ਨੇ ਪਿੰਡਾਂ ਦੇ ਵਿੱਚ ਜਿਨ੍ਹਾਂ ਦੀ ਕੋਈ ਆਪਸ ਚ ਤਲਖੀ ਸੀਗੀ, ਲਾਗ ਡਾਟ ਨਾ ਕਹੀਏ, ਕੋਈ ਤਲਖੀ ਸੀ ਥੋੜੀ ਬਹੁਤ, ਉਹ ਸਾਰੀਆਂ ਇੱਥੇ ਦੂਰ ਹੋ ਗਈਆਂ। ਮਤਲਬ ਪੰਜਾਬ ਦੇ ਵਿੱਚ ਇੱਕ ਨਵਾਂ ਭਾਈਚਾਰਕ ਜਿਹੜਾ ਮਾਹੌਲ ਹੈਗਾ ਉਹ ਬਣੂਗਾ, ਔਰ ਇਹਦਾ ਸਿਰਫ ਘੋਲ ਦਾ ਸਿੱਟਾ ਇਹ ਨਹੀਂ ਹੋਊਗਾ ਕਾਨੂੰਨ ਰੱਦ ਹੋਣਗੇ, ਜਿਹੜੇ ਘੋਲ ਦੇ ਬੀਜ ਬੀਜੇ ਗਏ ਆ ਇਹਨੇ ਮਤਲਬ ਇਹੋ ਜੀ ਛਾਂ ਕਰਨੀ ਹੈ ਕਿ ਕਈ ਲੂਸ ਦੇ ਪਿੰਡਿਆਂ ਨੂੰ ਬਚਾਉਣਾ ਇਹਨੇ, ਮਤਲਬ ਇਹੋ ਜਿਹੇ ਬੀ ਖਿਲਰੇ ਹੈਗੇ ਆ, ਔਰ ਇਹਦਾ ਅਸਰ ਪੂਰੀ ਗਲੋਬ ਤੇ ਹੋਣਾ। ਅਸੀਂ ਕਿਉਂਕਿ ਮੈਂ ਸਾਰੀਆਂ ਮੀਟਿੰਗਾਂ ਜਿਹੜੀਆਂ ਖੇਤੀਬਾੜੀ ਮੰਤਰੀ ਨਾਲ ਰਹੀਆਂ ਨੇ ਉਹ 'ਚ ਸ਼ਾਮਲ ਰਿਹਾ ਹੈਗਾ, ਔਰ ਅਸੀਂ ਸੈਕੰਡ ਮੀਟਿੰਗ 'ਚ ਇਹ ਕਿਹਾ ਸੀਗਾ ਕਿ ਤੁਸੀਂ ਇਸ ਤਰ੍ਹਾਂ ਨਾ ਦੇਖੋ ਕਿ ਪੰਜਾਬ 'ਚ 13 ਸੀਟਾਂ ਨੇ ਤੇ ਤੁਹਾਨੂੰ 2 ਆਉਂਦੀਆਂ ਨੇ। ਜੇ ਤੁਸੀਂ ਸਾਈਜ਼ ਦੇ ਐਂਗਲ ਤੋਂ ਪੰਜਾਬ ਨੂੰ ਦੇਖ ਰਹੇ ਹੋ ਤੁਸੀਂ ਬਹੁਤ ਵੱਡੀ ਗਲਤੀ ਕਰ ਰਹੇ ਹੋਗੇ। ਮਤਲਬ ਪੰਜਾਬ ਦੀ ਕੰਟਰੀਬਿਊਸ਼ਨ ਜਿਹੜੀ ਆ ਉਹ ਲੜਾਈ ਮੁਗਲਾਂ ਖਿਲਾਫ ਸੀ, ਅੰਗਰੇਜ਼ਾਂ ਖਿਲਾਫ ਸੀਗੀ। ਪੰਜਾਬ ਦੀ ਕੰਟਰੀਬਿਊਸ਼ਨ ਜਿਹੜੀ ਉਹ ਬਹੁਤ ਵੱਡੀ ਰਹੀ ਹੈਗੀ ਆ, ਔਰ ਤੁਸੀਂ ਇਹਨੂੰ ਅੰਡਰ ਐਸਟੀਮੇਟ ਕਰਕੇ ਜਿਹੜਾ ਹੈਗੇ ਉਹ ਦੇਖ ਰਹੇ ਹੈਗੇ ਹੋ। ਔਰ ਉਹ ਗੱਲ ਪਤਾ ਨਹੀਂ ਅਸੀਂ ਕਿਵੇਂ ਕਹੀ, ਆਪਣੇ ਇਤਿਹਾਸ ਤੇ ਵਿਰਸੇ ਤੇ ਮਾਣ ਵਜੋਂ ਕਹੀ, ਔਰ ਗੱਲ ਬਿਲਕੁਲ ਸਹੀ ਸਾਬਤ ਹੋਈ। ਉਦੋਂ ਅਸੀਂ ਮਤਲਬ ਪੰਜਾਬ ਚੋਂ ਜਦੋਂ ਮੀਟਿੰਗ ਕਰਨ ਆਉਂਦੇ ਸੀਗੇ, ਹਾਂ, ਤਾਂ ਉਸ ਤੋਂ ਬਾਅਦ ਤਾਂ ਮਤਲਬ ਜਿਹੜਾ ਕਮਾਲ ਹੀ ਹੋ ਗਈ ਕਿ ਹੁਣ ਤਾਂ ਅੱਜ ਇੱਕ ਅਖਬਾਰ ਦੀ ਖਬਰ ਸੀ ਕਿ ਪਿੰਡਾਂ 'ਚ ਵੇਟਿੰਗ ਲਿਸਟ ਲੱਗੀਆਂ ਹੋਈਆਂ ਨੇ ਕਿ ਅੱਜ ਆ 20 ਜਣੇ ਜਾਣਾ, ਕੱਲ ਨੂੰ ਇਹਨਾਂ ਜਾਣਾ। ਆਮ ਤੌਰ ਤੇ ਆਪਾਂ ਟ੍ਰੇਨ ਵਗੈਰਾ ਬੁੱਕ, ਉਹ ਤਾਂ ਵੇਟਿੰਗ ਲਿਸਟ ਲੱਗਦੀ ਹੁੰਦੀ ਆ, ਧਰਨੇ ਤੇ ਜਾਣ ਲਈ ਵੇਟਿੰਗ ਲਿਸਟ ਇਹ ਨਵੀਂ ਗੱਲ ਹੈ। ਇਹ ਨਵੀਂ ਗੱਲ ਹੈ। ਮੈਨੂੰ ਲੱਗਦਾ ਕਿ ਹਰ ਬੰਦਾ ਉਹ ਚਾਹੁੰਦਾ ਹੈ ਕਿ ਮੈਂ ਇੱਕ ਵਾਰੀ ਘੱਟੋ ਘੱਟ, ਜਿੱਦਾਂ ਗੱਲ ਥੋੜੀ ਜਿਹੀ ਮੇਰੇ ਜ਼ਿਹਨ 'ਚ ਹੋਰ ਆ ਗਈ ਕਿ ਹਰ ਪੰਜਾਬੀ ਦੇ ਮਨ 'ਚ ਹੁੰਦਾ ਕਿ ਮੈਂ ਹਜ਼ੂਰ ਸਾਹਿਬ ਦਰਸ਼ਨ ਕਰ ਆਵਾਂ, ਤੇ ਅੱਜ ਵੀ ਕੁਝ ਇਦਾਂ ਦੀ ਭਾਵਨਾ ਕਿ ਜਿਹੜੇ ਚਾਹੇ ਕੋਈ ਬਜ਼ੁਰਗ ਆ, ਚਾਹੇ ਬੱਚਾ, ਚਾਹੇ ਨੌਜਵਾਨ, ਉਹ ਚਾਹੁੰਦਾ ਵਾ ਕਿ ਮੈਂ ਇੱਕ ਵਾਰੀ ਕਿਸਾਨੀ ਸੰਘਰਸ਼ 'ਚ ਉੱਥੇ ਜਾ ਕੇ ਆਪਣੀ ਹਾਜ਼ਰੀ ਲਵਾ ਲਵਾਂ ਕਿ ਕੱਲ ਨੂੰ ਸਮਾਂ ਆਉਣ ਤੇ ਮੈਂ ਵੀ ਕਵਾਂਗਾ ਕਿ ਮੈਂ ਵੀ ਫਰੀडम ਫਾਈਟਰ ਹਾਂ। ਬਿਲਕੁਲ ਜੀ, ਟਿੱਕਰੀ ਤੇ ਸਿੰਘੂ ਮਿਹਨਤਕਸ਼ ਲੋਕਾਂ ਦੇ ਨਵੇਂ ਤੀਰਥ ਸਥਾਨ ਬਣ ਕੇ ਉੱਭਰੇ ਆ, ਕਿਉਂਕਿ ਇਹਨਾਂ ਨੇ ਇੱਕ ਨਵਾਂ ਮੋੜ ਦਿੱਤਾ। ਸਾਰੇ ਮਤਲਬ ਤੁਸੀਂ ਦੇਖੋ ਕਿ 7 ਸਾਲਾਂ ਦੇ ਵਿੱਚ ਮੋਦੀ ਸਰਕਾਰ ਨੇ ਜੋ ਫੈਸਲੇ ਕੀਤੇ, ਨੋਟਬੰਦੀ ਕੀਤੀ, ਲੋਕ ਲਾਈਨਾਂ 'ਚ ਖੜ ਕੇ ਮਰ ਗਏ, ਉਹਨਾਂ ਨੇ ਕੋਈ ਅਸਰ ਨਹੀਂ ਹੋਇਆ। GST ਕੀਤਾ, ਲੋਕ ਤੜਫਦੇ ਰਹੇ ਵੀ ਕਾਰੋਬਾਰ ਨੁਕਸਾਨੇ ਗਏ, ਕੋਈ ਅਸਰ ਨਹੀਂ ਕੀਤਾ। ਕਸ਼ਮੀਰ ਦੇ ਮਤਲਬ 3 ਟੋਟੇ ਕਰਤੇ, ਸੰਵਿਧਾਨ ਦੀਆਂ ਧੱਜੀਆਂ ਉਡਾ ਕੇ, ਨਵੇਂ ਸੂਬੇ ਦਾ ਸਰਕਾਰ ਬਣਾਉਂਦੀ, ਸੂਬੇ 3 ਟੋਟੇ ਕੀਤੇ, ਕੌਮਾਂਤਰੀ ਪੱਧਰ ਤੇ ਮਾਮਲਾ ਉੱਠਿਆ, ਕੋਈ ਨਹੀਂ ਹੋਇਆਗਾ। ਗਊ ਰੱਖਿਆ ਦੇ ਨਾਂ ਤੇ ਦਲਿਤਾਂ ਤੇ ਮੁਸਲਮਾਨ ਭਾਈਚਾਰੇ ਦਾ ਕਤਲੇਆਮ ਕੀਤਾ ਗਿਆ। ਜਿਹੜੇ ਲੇਖਕਾਂ ਬੁੱਧੀਜੀਵੀ ਨੇ ਚਿੱਠੀਆਂ ਲਿਖੀਆਂ, ਉਹਨਾਂ ਦੇ ਦੇਸ਼ ਧਰੋਹ ਦੇ ਕੇ ਪਰਚੇ ਦਰਜ ਕੀਤੇ ਗਏ, ਕਦੇ ਪਿੱਛੇ ਨਹੀਂ ਹਟੇ। ਇਹ ਪਹਿਲੀ ਵਾਰੀ ਆ ਕਿ 7 ਸਾਲਾਂ 'ਚ ਸਰਕਾਰ ਨੂੰ ਪਿੱਛੇ ਹਟਣਾ ਪੈ ਰਿਹਾ। ਹਾਂ, ਹੁਣ ਇਸ ਕਰਕੇ ਉਹਨਾਂ ਨੂੰ ਮਾਮਲਾ ਕਾਨੂੰਨਾਂ ਦਾ ਨਹੀਂ ਰਹਿ ਗਿਆ, ਬਣ ਗਿਆਗਾ। ਉਹਨਾਂ ਵਾਸਤੇ ਜਿਹੜਾ ਇੱਕ ਮੋਦੀ ਮੈਜਿਕ ਆ, ਜਿਹੜਾ ਮੋਦੀ ਔਰੇ ਦੀ ਗੱਲ ਕਰਦੇ ਆ, ਉਹ ਜਾਂਦਾ ਨਜ਼ਰ ਆਉਂਦਾ। ਹੁਣ ਦੀ ਸਾਰੀ ਸਿਆਸਤ, ਜਿਹੜੀ ਸਿਆਸਤ ਉਹਨਾਂ ਦੀ ਮਤਲਬ ਧਰਮ ਤੇ ਜਾਤ ਦੇ ਆਧਾਰ ਤੇ ਲੋਕਾਂ ਨੂੰ ਪਾੜਨ ਤੇ ਖੜੀ ਸੀਗੀ, ਉਹ ਸਿਆਸਤਾਂ ਜਦੋਂ ਦੇਖੋ ਸਾਡੇ ਮਨ 'ਚ ਮੈਂ ਬੜੀ ਕਲੀਅਰ ਲਿਆਦਾ, ਜਦੋਂ ਅਸੀਂ ਆਏ ਸਾਨੂੰ ਐ ਸੀ ਵੀ ਜੇ ਚਲੋ ਆਪਾਂ ਹਰਿਆਣੇ 'ਚ ਇੰਟਰ ਕਰ ਗਏ ਹਨਾ, ਹਰਿਆਣੇ 'ਚ ਫਸ ਨਾ ਜਾਈਏ ਵੀ ਦੋਨੋਂ ਪਾਸ ਪਿੱਛੋਂ ਮੱਦ ਆਵੇ ਨਾ, ਉਧਰੋਂ ਹਰਿਆਣੇ 'ਚ ਪਿੱਛੋਂ ਤੋਂ ਵੀ ਅਸੀਂ ਇੰਟਰ ਕਰਕੇ ਜਿਸ ਬਾਰਡਰ ਸੀਲ ਹੋ ਗਏ, ਮੱਦ ਨਾ ਰੁਕ ਜੇ ਹਨਾ। ਪਰ ਸਾਨੂੰ ਹਰਿਆਣੇ 'ਚ ਆ ਕੇ ਲੱਗਿਆ ਨਹੀਂ ਸੀ ਹਰਿਆਣੇ 'ਚ ਆਏ ਆ, ਸਾਨੂੰ ਲੱਗਿਆ ਪੰਜਾਬ ਤੋਂ ਸਿੱਧੇ ਦਿੱਲੀ ਪਹੁੰਚੇ ਅਸੀਂ। ਮਤਲਬ ਇੰਨਾ ਜ਼ਿਆਦਾ। ਔਰ ਦੇਖੋ ਇੱਥੇ ਆਉਂਦਿਆਂ ਹਰੇਕ ਹਰਿਆਣਵੀ ਦੀ ਜ਼ੁਬਾਨ ਤੇ ਸੀ ਕਿ ਪੰਜਾਬ ਹਮਾਰਾ ਬੜਾ ਭਾਈ ਹੈ, ਜੋ ਇਸकी ਤਰਫ ਉਂਗਲੀ ਉਠਾਏਗਾ ਉਸका हाथ काट देंगे। ਅੱਜ ਵੀ ਕੁਝ ਲੋਕਾਂ ਨੇ SYL ਨਹਿਰ ਦਾ ਮੁੱਦਾ ਬਣਾਉਣ ਦੀ BJP ਨੇ ਕੋਸ਼ਿਸ਼ ਕੀਤੀ, ਠੀਕ ਹੈ, ਪਰ ਉਹ ਇੱਥੇ ਬੈਠੇ ਸੀ ਹਰਿਆਣਵੀ ਲੋਕ, ਕਹਿੰਦੇ ਜੋ ਹਮਾਰੇ ਵਿਵਾਦ ਕੇ ਮੁੱਦੇ ਹੋ ਬਾਅਦ में देखेंगे, आज इस मुद्दे पर हम इकट्ठे हैं, ठीक है। तो ਇਹ ਜਿਹੜੀ ਇੱਕ ਕਮਾਲ ਦੀ ਗੱਲ ਹੋਈ ਹੈਗੀ ਆ, ਕਿਉਂਕਿ ਜਿਹੜਾ ਇਸ ਅੰਦੋਲਨ ਨੂੰ ਸਿਰਫ ਕਿਸਾਨਾਂ ਕਰਕੇ ਨਹੀਂ, ਖੇਤੀ ਕਾਨੂੰਨਾਂ ਕਰਕੇ ਨਹੀਂ ਹਮਾਇਤ ਮਿਲ ਰਹੀਗੀ। 7 ਸਾਲਾਂ 'ਚ ਲੋਕਾਂ ਨੂੰ ਲੱਗਾ ਕਿ ਜਿਹੜੀ ਸਰਕਾਰ ਦੀ ਤਾਨਾਸ਼ਾਹੀ ਆ, ਇਹਨੂੰ ਕੋਈ ਆਪੋਜੀਸ਼ਨ ਪਾਰਟੀ ਹਰਾ ਨਹੀਂ ਸਕੇਗੀ। ਇਹ ਇੱਕ ਮੂਵਮੈਂਟ ਹੈ ਜਿਹੜੀ ਇਹਨੂੰ ਗੋਡਿਆਂ ਪਰ ਨਹੀਂ ਕਰ ਸਕਦੀ ਹੈ। ਇਸ ਕਰਕੇ ਹਰ ਕੋਈ ਇਸ ਮੂਵਮੈਂਟ ਦੀ ਪਿੱਠ ਤੇ ਆ, ਹਰ ਕੋਈ ਦੀ ਹਮਾਇਤ ਤੇ ਆ ਕਿ ਇਸ ਤਾਨਾਸ਼ਾਹੀ ਦੇ ਰਾਜ ਨੂੰ ਇਹ ਪਿੱਛੇ ਧੱਕੂਗੀ। ਹਾਂ, ਚਾਹੇ ਕੋਈ ਬੋਲ ਰਿਹਾ, ਚਾਹੇ ਕੋਈ ਨਹੀਂ ਬੋਲ ਰਿਹਾ। ਇਹ ਵੀ ਮੈਂ ਗੱਲ ਨਾਲ ਥੋੜੀ ਜਿਹੀ ਕੋਟ ਕਰ ਦਵਾਂ, ਜਿਹਨੇ ਜਿਹੜੀ ਗੱਲ ਕੀਤੀ ਹੈ, ਚਾਹੇ ਕੋਈ ਮੂੰਹੋਂ ਬੋਲ ਰਿਹਾ, ਚਾਹੇ ਨਹੀਂ ਬੋਲ ਰਿਹਾ, ਪਰ ਉਹਨਾਂ ਦੀ ਸਪੋਰਟ ਜਿਹੜੀ ਆ ਨਾ, ਉਹ ਇੱਕ ਸਾਡੇ ਸਾਰਿਆਂ ਦੇ ਨਾਲ ਹੈ। ਇੱਥੇ ਦੇ ਆਲੇ ਦੁਆਲੇ ਦੇ ਲੋਕਾਂ ਨੇ ਰਿਹਾਇਸ਼ਾਂ ਦਿੱਤੀਆਂ, ਆਪਣੇ ਘਰਾਂ ਦੇ ਲੇਡੀਜ਼ ਵਾਸਤੇ ਵਾਸ਼ਰੂਮ ਖੋਲੇ, ਬਹੁਤ ਕੁਝ ਜੋ ਪ੍ਰਬੰਧ ਕੀਤਾ ਜਾ ਸਕੇ। ਦੁੱਧ ਦਾ ਤਾਂ ਉਹਨੇ ਸਾਨੂੰ ਦੱਸਿਆ ਸੀ, ਜਿਵੇਂ ਉਹਨਾਂ ਨੇ ਕਿ ਇੱਕ ਵੇਲੇ ਦਾ ਦੁੱਧ ਸਾਰਾ ਹੀ ਇੱਥੇ ਆਉਂਦਾ, ਕਿਸਾਨੀ ਸੰਘਰਸ਼ ਦੇ ਵਿੱਚ ਆਉਂਦਾ।
ਸਬਜ਼ੀਆਂ ਭਾਜੀਆਂ ਵਿੱਚ ਲੰਗਰਾਂ ਦੇ ਵਿੱਚ, ਸੋ ਪਤਾ ਹੀ ਨਹੀਂ ਕੀ ਕੁਝ ਹੈ। ਪਰ ਮੈਂ ਸਮਝਦਾ ਕਿ ਇਹ ਏਕਾ ਜਿਹੜਾ ਨਾ ਤੇ ਮਾਂ ਪੰਜਾਬ ਦੀ ਗੱਲ ਜਿਹੜੀ ਇੱਥੇ ਹੋ ਰਹੀ, ਮੈਂ ਸਮਝਦਾ ਉਹ ਵੀ ਆਪਣੇ ਆਪ 'ਚ ਇੱਕ ਇਤਿਹਾਸ ਬਣ ਜਾ ਰਿਹਾ। ਬਿਲਕੁਲ ਜੀ ਬਿਲਕੁਲ। ਹੁਣ ਜਿਹੜਾ ਪੰਜਾਬ ਦੀ ਵੰਡ ਹੋਈ ਹੈ 47 ਚ, ਉਧਰਲੇ ਪੰਜਾਬ ਚੋਂ ਵੀ ਹਮਾਇਤੀ ਲਲਕਾਰੇ ਵੱਜੇ ਹੈਗੇ ਆ ਇਸ ਅੰਦੋਲਨ ਦੀ ਹਮਾਇਤ ਦੇ ਵਿੱਚ। ਤੋਂ ਬਿਲਕੁਲ ਹੀ ਇਹ ਇੱਕ ਕੌਮਾਂਤਰੀ ਪੱਧਰ ਦਾ ਅੰਦੋਲਨ ਹੋ ਗਿਆ। ਅੱਜ ਪੰਜਾਬੀ ਟ੍ਰਿਬਿਊਨ ਚ ਮੇਰਾ ਇਸ ਇਸ਼ੂ ਤੇ ਆਰਟੀਕਲ ਵੀ ਛਪਿਆ ਕਿ ਜਿਹੜੇ ਆਪਣੇ ਆਪ ਨੂੰ ਗਲੋਬਲ ਲੀਡਰ ਕਹਿੰਦੇ ਸੀਗੇ, ਜਦੋਂ ਸਾਡਾ ਸੰਘਰਸ਼ ਗਲੋਬਲ ਹੋ ਗਿਆ ਤੇ ਬੜੀ ਤਕਲੀਫ ਹੋਈ ਉਹਨਾਂ ਨੂੰ ਵੀ ਅਸੀਂ ਤਾਂ ਗਲੋਬ ਦੇ ਕਹਿੰਦੇ ਲੀਡਰ ਆ, ਪਰ ਜਦੋਂ ਸਾਡਾ ਸੰਘਰਸ਼ ਗਲੋਬਲ ਹੋ ਗਿਆ ਤੇ ਉਹਨਾਂ ਨੂੰ ਜਿਹੜੀ ਹੈਗੀ ਆ ਤਕਲੀਫ ਹੋਈ ਆ। ਇਹ ਹੁਣ ਬਾਬਾ ਜੀ ਦੇ ਹਰਪ੍ਰੀਤ ਸਿੰਘ ਤੇ ਇਹ ਗੁਰੂ ਘਰ ਉੱਥੇ ਸੇਵਾ ਕਰਦੇ ਆ, ਠੀਕ ਆ, ਤੇ ਔਰ ਇਹ ਪਰ ਉਹ ਸੇਵਾ ਹੁਣ ਇੱਥੇ ਕਰ ਰਹੇ ਉਹਨੇ ਦਿਨਾਂ ਦੇ। ਅੱਛਾ ਜੀ, ਹਾਂ ਠੀਕ ਹੈ। ਹਰਪ੍ਰੀਤ ਆਓ ਜੀ, ਹਰਪ੍ਰੀਤ ਸਿੰਘ ਜੀ। ਨਹੀਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ। ਸੋ ਇੱਥੇ ਕਿਵੇਂ ਦੀ ਤੁਹਾਡੀ ਸੇਵਾ ਚੱਲਦੀ, ਕੀ ਸੰਘਰਸ਼ ਦੇ ਵਿੱਚ ਇੱਥੇ ਤੁਹਾਡਾ ਜਿਹੜਾ ਯੋਗਦਾਨ ਚੱਲਦਾ ਪਿਆ, ਸੋ ਕੁਝ ਤੁਸੀਂ ਵੀ ਆਪਣਾ ਜਾਣਕਾਰੀ ਸਾਡੇ ਨਾਲ ਸਾਂਝੀ ਕਰਦੇ। ਹਾਂਜੀ, ਹਰਪ੍ਰੀਤ ਸਿੰਘ ਜੀ। ਹਾਂਜੀ ਵਾਹਿਗੁਰੂ ਜੀ। ਸੋ ਇੱਥੇ ਆ ਕੇ ਕਿਦਾਂ ਦਾ ਲੱਗ ਰਿਹਾ, ਕੀ ਕੰਟਰੀਬਿਊਸ਼ਨ ਕਿਵੇਂ ਦੀ ਚੱਲ ਰਹੀ ਤੁਹਾਡੀ ਸੇਵਾ ਇੱਥੇ? ਬਹੁਤ ਵੱਡਾ ਜਿਸ ਤਰ੍ਹਾਂ ਅੰਦੋਲਨ ਮੈਂ ਆਪਣੇ ਸਮੇਂ 'ਚ ਦੇਖ ਰਿਹਾ ਜੀ। ਇਸ ਤੋਂ ਪਹਿਲਾਂ ਛੋਟੇ ਮਤਲਬ ਮੋਰਚੇ ਹੁੰਦੇ ਸੀ, ਪਰ ਆਪਣੇ ਸਮੇਂ ਦੇ ਵਿੱਚ ਬਹੁਤ ਵੱਡਾ ਜਿਹੜਾ ਅੰਦੋਲਨ ਹੈ ਉਹ ਕਿਸਾਨਾਂ ਦੀ ਮੁਕਤੀ ਲਈ ਲੜਿਆ ਜਾ ਰਿਹਾ, ਉਹ ਪੂਰੀ ਲੋਕਾਈ ਦੀ ਮੁਕਤੀ ਲਈ ਲੜਿਆ ਜਾ ਰਿਹਾ ਜੀ। ਬਾਕੀ ਜਿਹੜੀ ਸੇਵਾ ਦੀ ਗੱਲ ਹੈ, ਸਾਡੀ ਗੁਰੂ ਘਰ ਦੇ ਵਿੱਚ ਵੀ ਸੇਵਾ ਅਸੀਂ ਕਰਦੇ ਸੀ, ਉਹੀ ਸੇਵਾ ਅੱਜ ਅਸੀਂ ਇੱਥੇ ਕਿਸਾਨਾਂ ਦੀ ਮੁਕਤੀ ਲਈ ਲੜ ਕੇ ਲਾ ਰਹੇ ਹਾਂ। ਬਿਲਕੁਲ। ਸੋ ਇੱਕ ਗੱਲ ਮੈਂ ਹੋਰ ਜੋੜ ਦਵਾਂ, ਜਦੋਂ ਲੋਕਪਾਲ ਵਾਲਾ ਸੰਘਰਸ਼ ਹੋਇਆ ਸੀ ਨਾ, ਜਿਹਨੂੰ ਆਪਾਂ ਅੰਨਾ ਹਜ਼ਾਰੇ ਜਾਂ ਉਸ ਸੰਘਰਸ਼ ਦੀ ਗੱਲ ਕਰਦੇ ਹਾਂ, ਉਸ ਵੇਲੇ ਮੈਂ ਦਿੱਲੀ ਸੀਗਾ। ਬਹੁਤ ਸਾਰੀਆਂ ਸੰਗਤਾਂ ਦੇ ਵਿਦੇਸ਼ ਵਾਲੀਆਂ ਜਾਣਦੀਆਂ ਨੇ, ਤੇ ਉਦੋਂ ਅਸੀਂ ਕਿਸੇ ਵੀ ਪਾਸੇ ਜਾਂਦੇ ਸੀ ਨਾ, ਜਿਵੇਂ ਹੁਣ ਆਪਾਂ ਨੂੰ ਅਚਾਨਕ ਇੱਕ ਆਵਾਜ਼ ਹੀ ਸੁਣਨ ਲੱਗ ਪੈਂਦੀ ਹੈ। ਸੋ ਇਹ ਪਬਲਿਕ ਮੂਵਮੈਂਟ ਹੈ, ਪਬਲਿਕ ਦੇ ਅੰਦਰੋਂ ਹੀ ਜਿੱਦਾਂ ਉਬਾਲਾ ਜਿਹਾ ਆਉਂਦਾ ਨਾ, ਫਿਰ ਜੋਸ਼ ਜਿਹਾ ਆਉਂਦਾ, ਤੇ ਫਿਰ ਕਿਸਾਨ ਏਕਤਾ ਜਿੰਦਾਬਾਦ। ਉਦੋਂ ਵੀ ਇਨਕਲਾਬ ਜਿੰਦਾਬਾਦ ਦੇ ਬੜੇ ਨਾਅਰੇ ਸਾਨੂੰ ਮੈਟਰੋ ਦੇ ਵਿੱਚ ਵੀ ਸੁਣਨ ਨੂੰ ਮਿਲਦੇ ਸਨ, ਇੱਧਰ ਉੱਧਰ ਜਿੱਥੇ ਵੀ ਜਾਂਦੇ ਸਾਂ। ਸੋ ਹੁਣ ਇੱਥੇ ਵੀ ਇਦਾਂ ਦਾ ਹੀ ਮਾਹੌਲ ਆ, ਜਦੋਂ ਕੋਈ ਨੌਜਵਾਨਾਂ ਨੂੰ ਜੋਸ਼ ਆਉਂਦਾ ਜਾਂ ਬਜ਼ੁਰਗਾਂ ਨੂੰ ਜੋਸ਼ ਆਉਂਦਾ, ਉਸੇ ਵੇਲੇ ਨਾਅਰੇਬਾਜ਼ੀ ਸ਼ੁਰੂ ਕਰ ਦਿੰਦੇ ਨੇ। ਸਾਡੇ ਪ੍ਰਧਾਨ ਨੇ ਨਿਰਭੈ ਸਿੰਘ ਢੁੱਡੀਕੇ, ਬਜ਼ੁਰਗ ਨੇ, ਉਹ ਪਰਸੋਂ ਦੱਸਦੇ ਕਹਿੰਦੇ ਰਜਿੰਦਰ ਸੁਪਨੇ ਇੰਨੇ ਆਉਂਦੇ ਸੰਘਰਸ਼ ਦੇ ਕਿ ਸੁਪਨੇ 'ਚ ਸੁਪਨਾ ਫਸਿਆ ਹੁੰਦਾ। ਸੁਪਨੇ 'ਚ ਸੁਪਨਾ ਫਸਿਆ ਹੁੰਦਾ। ਹਾਂ, ਕਿਆ ਖੂਬਸੂਰਤ ਗੱਲ ਹੈ। ਇੰਨਾ ਕੁਝ ਹੋ ਰਿਹਾ ਹੈ ਨਾ, ਕਦੀ ਵੀ ਸਰਕਾਰ ਨਾਲ ਗੱਲਬਾਤ ਹੋ ਰਹੀ ਆ, ਕੋਈ ਪਿੰਡੋਂ ਆ ਰਿਹਾ, ਸ਼ਹਾਦਤਾਂ ਹੋ ਰਹੀਆਂ ਨੇ ਇੱਥੇ, ਮਤਲਬ ਲੋਕ ਜਿਹੜੇ ਹੈਗੇ ਆ ਉਤਸ਼ਾਹ, ਬਹੁਤ ਕੁਝ ਇੱਕੋ ਟਾਈਮ ਵਾਪਰ ਰਿਹਾ ਹੈਗਾ, ਔਰ ਕਿੰਨਾ ਕੁਝ ਵਾਪਰ ਰਿਹਾ ਇੱਕੋ ਟਾਈਮ, ਔਰ ਸਾਰਾ ਕੁਝ ਤੇ ਅਨਐਕਸਪੈਕਟਡ ਸੀਗਾ, ਕਦੀ ਸੋਚਿਆ ਨਹੀਂ ਹੋਏਗਾ ਜਥੇਬੰਦੀਆਂ ਨੇ ਕਿ ਐਡਾ ਵੱਡਾ ਸੰਘਰਸ਼ ਸਾਡਾ ਹੋ ਜਾਏਗਾ, ਕਿ ਦੁਨੀਆ ਜਿਹੜੀ ਉਹ ਤੱਕਦੀ ਪਈ ਹੈ ਸੰਘਰਸ਼। ਬਿਲਕੁਲ ਜੀ। ਇਹ 1907 ਦੇ ਜਿਹੜੀ ਪਗੜੀ ਸੰਭਾਲ ਜੱਟਾ ਲਹਿਰ ਚੱਲੀ, ਜਿੰਦੀ ਗਵਾਹੀ ਚਾਚਾ ਅਜੀਤ ਸਿੰਘ ਹੋਰਾਂ ਨੇ ਕੀਤੀ, ਔਰ ਉਦੋਂ ਵੀ ਮਾਲਕਾਂ ਨੂੰ ਮੁਜ਼ਾਹਰੇ ਬਣਾਉਣ ਦੀ ਕੋਸ਼ਿਸ਼ ਸੀ। ਲਗਭਗ 9 ਮਹੀਨੇ ਉਹ ਸੰਘਰਸ਼ ਚੱਲਿਆ ਸੀ। ਉਹਦੀਆਂ ਗੱਲਾਂ ਪਿਛਲੇ ਦਿਨੀ ਕੁਝ ਕਰ ਰਹੇ ਸੀਗੇ ਕਿ ਸ਼ਾਇਦ ਵੀ ਸੰਘਰਸ਼ ਓਡੇ ਲੰਬਾ ਹੋਵੇ, ਔਰ ਇੱਕ ਸਦੀ ਬਾਅਦ ਉਹਦਾ ਵੀ ਮੈਂ ਜਿਹੜੀਆਂ ਖੁਸ਼ਵੰਤ ਸਿੰਘ ਹੋਰਾਂ ਦੀ ਕਿਤਾਬ, ਉਹਨਾਂ ਸਿੱਖ ਇਤਿਹਾਸ ਦੀ 2 ਕਿਤਾਬਾਂ ਲਿਖੀਆਂ ਨੇ, ਭਾਗ ਦੂਜੇ ਚੋਂ ਲਿਖਦੇ ਆ ਕਿ ਜਿਹੜਾ ਪਗੜੀ ਸੰਭਾਲ ਜੱਟਾ ਐਕਚੁਅਲੀ ਗੀਤ ਸੀ ਜਿਹੜਾ ਉਹ ਹਰ ਜਵਾਨ ਦੀ ਜ਼ੁਬਾਨ ਤੇ ਸੀ ਉਦੋਂ, ਠੀਕ ਆ। ਹਾਂ, ਉਹ ਹੁਣ ਉਸੇ ਤਰ੍ਹਾਂ ਹੀ ਸੰਘਰਸ਼ ਦੇ ਗੀਤ ਫਿਰ ਜ਼ੁਬਾਨ ਤੇ ਚੜੇ ਹੋਏ ਆ। ਔਰ ਇਹ ਪਿਛਲੇ, ਜੇ ਮੇਰੀ ਉਮਰ 37 ਸਾਲ ਆ, ਜਿਵੇਂ ਹਰਪ੍ਰੀਤ ਨੇ ਕਿਹਾ ਪਹਿਲਾਂ ਘੋਲ ਦੇਖਿਆ, ਮੈਂ ਕਦੀ ਨਹੀਂ ਦੇਖਿਆ। 50 ਸਾਲ ਦੇ ਬੰਦੇ ਨੂੰ ਪੁੱਛੀ, ਉਹ ਕਹਿੰਦਾ ਪਹਿਲਾਂ ਮੈਂ ਕਦੀ ਨਹੀਂ ਦੇਖਿਆ। 70 ਸਾਲ ਦੇ ਬੰਦੇ ਪੁੱਛੀਏ, ਮੈਂ ਕਦੀ ਨਹੀਂ ਦੇਖਿਆ ਗਿਆ। ਇਹਨਾਂ ਨਾਲ ਪਿਛਲੀ ਸਦੀ ਦਾ ਇੱਕ ਸਭ ਤੋਂ ਵੱਡਾ ਇਹ ਘੋਲ ਜਿਹੜਾ ਲੜਿਆ ਜਾ ਰਿਹਾ। ਆਪਣੇ ਆਪ ਵਿੱਚ ਬਹੁਤ ਵੱਡਾ ਘੋਲ ਹੈ। ਇੱਕ ਸਾਡੀ ਬੱਚੀ ਬੈਠੀ ਹੈ ਪਿੱਛੇ, ਮੈਂ ਇਹਦੇ ਨਾਲ ਵੀ ਥੋੜੀ ਗੱਲ ਜ਼ਰੂਰ ਕਰਨੀ ਚਾਹਾਂਗਾ। ਹਾਂਜੀ, ਸੋ ਬੇਟਾ ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਹਰਵੀਰ ਹੈ ਜੀ। ਤੇ ਤੁਸੀਂ, ਤੁਹਾਡਾ ਪਿੰਡ ਕਿਹੜਾ ਤੇ ਕਿਹੜੀ ਕਲਾਸ ਪੜ੍ਹਦੇ ਹੋ ਤੁਸੀਂ? ਜੀ ਮੈਂ ਪਿੰਡ ਮੇਰਾ ਮੁਕਤਸਰ ਚ ਗੰਦੜ ਹੈ ਜੀ, ਤੇ ਮੈਂ BSc APB 3rd ਈਅਰ ਦੇ ਪੇਪਰ ਦਿੱਤੇ ਜੀ ਹੁਣੇ। ਅੱਛਾ ਜੀ। ਤੇ ਇਸ ਸੰਘਰਸ਼ ਦੇ ਵਿੱਚ ਪਹੁੰਚੇ ਹੋਏ ਹੋ, ਤੇ ਕੀ ਇੱਥੇ ਤੁਹਾਨੂੰ ਮਿਲਿਆ ਆ ਕੇ? ਕਿਉਂਕਿ ਬਾਕੀ ਬੱਚੇ ਤਾਂ ਕੁਝ ਘਰਾਂ 'ਚ ਵੀ ਹੋਣਗੇ, ਕੁਝ ਕਾਲਜਾਂ ਸਕੂਲਾਂ 'ਚ, ਜਿਵੇਂ ਕਿਸੇ ਦਾ, ਤੁਸੀਂ ਇੱਥੇ ਬੈਠੇ ਹੋ, ਕੀ ਕਹਿਣਾ ਚਾਹੁੰਦੇ ਹੋ? ਜੀ ਬਹੁਤ ਵਧੀਆ ਐਕਸਪੀਰੀਅੰਸ ਆ। ਲੋਕ ਜਾਤ ਧਰਮ ਤੋਂ ਉੱਪਰ ਉੱਠ ਕੇ ਇੱਕ ਜਿਹੜਾ ਭਾਈਚਾਰਕ ਸਾਂਝ ਵੀ ਬਣੀ ਆ ਹਰਿਆਣੇ ਤੇ ਪੰਜਾਬ ਦੀ, ਤੇ ਇੱਕ ਨਵਾਂ ਯੁੱਗ ਹੀ ਸਟਾਰਟ ਹੋ ਗਿਆ ਜਿਵੇਂ ਕਹਿ ਦਈਏ।
ਤੇ ਜਿਵੇਂ ਆਪਾਂ ਕਹਿੰਦੇ ਆ ਵੀ ਬਰਾਬਰਤਾ ਦਾ ਸਮਾਜ ਚਾਹੁੰਦੇ ਆ ਆਪਾਂ, ਤੇ ਇਹ ਲੱਗਦਾ ਵੀ ਸ਼ਾਇਦ ਇਹ ਮਤਲਬ ਸਿਰਫ ਅੱਜ ਦਾ ਇੱਕ ਸੰਘਰਸ਼ ਨਹੀਂ, ਤੇ ਕਾਨੂੰਨਾਂ ਦਾ ਸੰਘਰਸ਼ ਨਹੀਂ ਰਹਿ ਗਿਆ। ਇਹ ਹੁਣ ਇੱਕ ਅੰਦੋਲਨ, ਇਹੋ ਜਿਹਾ ਅੰਦੋਲਨ ਬਣ ਗਿਆ ਵੀ ਜਿਹੜਾ ਮੋਦੀ ਦੀ ਫਾਸ਼ੀਵਾਦੀ ਹਕੂਮਤ ਨੂੰ ਹਰਾ ਕੇ ਇਨਕਲਾਬ ਵੱਲ ਜਾਊਗਾ, ਤੇ ਇੱਕ ਜਿਹੜਾ ਸੁਪਨਿਆਂ ਦਾ, ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਆ, ਉਹਦੇ ਵੱਲ ਇੱਕ ਪਹਿਲਾ ਕਦਮ ਇਹ ਅੰਦੋਲਨ ਹੋ ਕੇ ਨਿਬੜੂ ਹੈ ਜੀ। ਬਿਲਕੁਲ, ਜਿਹੜੀਆਂ ਗੱਲਾਂ ਸਿਰਫ ਸੋਚਣ ਦੇ ਵਿੱਚ ਜਾਂ ਇੱਕ ਆਈਡੀਓਲੋਜੀ ਦੇ ਤੌਰ ਤੇ ਆਪਾਂ ਜਿਸ ਚੀਜ਼ ਨੂੰ ਲੈ ਕੇ ਚੱਲਦੇ ਸੀਗੇ, ਪਰ ਹੁਣ ਪ੍ਰੈਕਟੀਕਲੀ ਸਾਹਮਣੇ ਹੁੰਦਾ ਨਜ਼ਰ ਆ ਰਿਹਾ ਕਿ ਪਹਿਲਾਂ ਤਾਂ ਇੱਕ ਨਾਰਾ ਚੱਲਦਾ ਹੁੰਦਾ ਸੀ ਨਾ, ਆਵਾਜ਼ ਦੋ ਹਮ ਏਕ ਹੈ, ਹੈਨਾ, ਪਰ ਹੁਣ ਆਵਾਜ਼ ਦੇਣ ਦੀ ਲੋੜ ਹੀ ਨਹੀਂ, ਹੁਣ ਸਾਰੇ ਕਹਿ ਰਹੇ ਹਮ ਏਕ ਹੈ। ਹਾਂਜੀ ਹਾਂਜੀ ਉਹ ਬਿਲਕੁਲ। ਇੱਕ ਨਾ ਸੀ ਵੀ ਨਾਰਾ ਪੰਜਾਬ ਚਲਾਉਂਦੇ ਸੀਗਾ ਵੀ ਲੋਕ ਘੋਲ ਨਾ ਥੰਮਣਗੇ, ਵੀ ਘਰ ਘਰੀ ਉਹਦੇ ਜੰਮਣਗੇ। ਉਹ ਐ ਲੱਗਦਾ ਹੁੰਦਾ ਸੀਗਾ ਕਿ ਵੀ ਇਹ ਨਾਰਾ ਵਧਵਾ, ਪਰ ਉਹ ਨਾਰੇ ਵੀ ਐ ਲੱਗਦਾ ਸਾਕਾਰ ਹੋ ਗਏ ਸਾਰੇ ਹੁਣ। ਹਾਂ, ਸੋ ਬਿਲਕੁਲ ਹੁਣ ਸੰਘਰਸ਼ ਵਾਲੇ ਵੇਖੋ ਘਰ ਘਰ ਜੰਮਣ ਵਾਲੀ ਗੱਲ ਹੈ। ਸੋ ਆ ਬੱਚੇ ਬੱਚੀਆਂ ਜਿਹੜੀਆਂ ਨੇ ਇਹ ਵੀ ਸਾਡੇ ਇੱਥੇ ਪਹੁੰਚੇ ਨੇ, ਤੇ ਬੜੀ ਸੋਹਣੇ ਲਫ਼ਜ਼ਾਂ 'ਚ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਬਰਾਬਰਤਾ ਦਾ ਇੱਕ ਨਵਾਂ ਸਮਾਜ ਸਿਰਜਿਆ ਜਾਏਗਾ, ਤੇ ਇਹਦੇ ਵਿੱਚੋਂ ਮਤਲਬ ਮੈਨੂੰ ਲੱਗਦਾ ਕਿ ਵੱਖਰੀ ਸੇਧ ਜਿਹੜੀ ਹੈ ਮਿਲੇਗੀ। ਤੁਸੀਂ ਕਿਤੇ ਕੀ ਮੈਸੇਜ ਦੇਣਾ ਚਾਹੋ ਯੰਗਸਟਰ, ਸਾਡੇ ਸਾਰੇ ਦੇਸ਼ ਵਿਦੇਸ਼ ਦੇ ਤੁਹਾਨੂੰ ਦੇਖ ਰਹੇ, ਯੂਕੇ ਯੂਰਪ ਦੇ ਵਿੱਚ ਬੈਠੇ, ਅਮਰੀਕਾ ਕੈਨੇਡਾ ਦੀਆਂ ਸੰਗਤਾਂ ਤੁਹਾਨੂੰ ਸੁਣ ਰਹੀਆਂ, ਤੁਸੀਂ ਉਹਨਾਂ ਨੂੰ ਯੰਗਸਟਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਐਸ ਟਿਕਰੀ ਬਾਰਡਰ ਤੋਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਜੇ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਜੋ ਨਹੀਂ ਪਹੁੰਚੇ ਉਹ ਪਹੁੰਚਣ, ਕਿਉਂਕਿ ਸਿਰਫ ਜੋ ਆਪਾਂ ਟੀਵੀ ਚੈਨਲਾਂ ਰਾਹੀਂ ਦੇਖਦੇ ਹਾਂ ਉਹ ਐਕਸਪੀਰੀਅੰਸ ਉਵੇਂ ਨਹੀਂ ਰਹਿੰਦਾ ਜਿਹੜਾ ਆਪਾਂ ਸ਼ਾਮਿਲ ਹੋ ਕੇ ਮਹਿਸੂਸ ਕਰ ਸਕਦੇ ਹਾਂ। ਤੇ ਜਿਹੜੇ ਬਾਹਰ ਗਏ ਬਹੁਤ ਵੱਡੀ ਗਿਣਤੀ 'ਚ ਕਹਿ ਰਹੇ ਆ ਨਾ, ਬਹੁਤ ਵੱਡੀ ਗਿਣਤੀ ਵਿੱਚ ਜਿਹੜਾ ਯੂਥ ਆ ਪੰਜਾਬ ਤੋਂ ਬਾਹਰ ਚਲਾ ਗਿਆ, ਪਰ ਇੱਥੇ ਯੂਥ ਪਤਾ ਨਹੀਂ ਕਿੱਥੋਂ ਆ ਗਿਆ, ਉਹ ਯੂਥ ਜਿਹੜਾ ਕਹਿੰਦੇ ਵੀ ਹੈ ਹੀ ਨਹੀਂ ਆ, ਤੇ ਜਿਹੜਾ ਬਾਹਰ ਹੈਗਾ ਉਹ ਗਦਰੀ ਬਾਬੇ ਬਣ ਕੇ ਵਾਪਸ ਆਵੇ, ਤੇ ਹੁਣ ਪੰਜਾਬ ਨੂੰ ਇੱਥੇ ਮੈਦਾਨ ਨੂੰ ਲੋੜ ਆ ਉਹਨਾਂ ਦੀ। ਸੋ ਗਦਰੀ ਬਾਬੇ ਵੀ ਉਦੋਂ ਏਦਾਂ ਹੀ ਵਾਪਸ ਆਏ ਸੀ। ਸੋ ਮੈਨੂੰ ਲੱਗਦਾ ਕਿ ਉਹ ਪੁਰਾਣੇ ਬੜੇ ਗੀਤ ਸੀ ਨਾ, ਜਵਾਨੀ ਜੜਾਂ ਪੁੱਟਣ ਨੂੰ ਕਾਲੀ ਜ਼ਾਲਮ ਸਰਕਾਰ ਦੀਆਂ। ਸੋ ਬੜਾ ਕੁਝ ਇਸ ਵਾਰੀ ਵੀ ਬੜੇ ਸਾਰੇ ਗੀਤ ਬਣ ਗਏ ਨੇ, ਪਰ ਗੱਲ ਇਹ ਆ ਕਿ ਜਵਾਨੀ ਵੀ ਸਮਝ ਗਈ ਹੈ, ਤੇ ਜਿਹੜਾ ਬਜ਼ੁਰਗਾਂ ਦਾ ਆਸ਼ੀਰਵਾਦ ਤੇ ਜਵਾਨੀ ਦੀ ਹਿੰਮਤ ਤੇ ਜੋਸ਼, ਜਿਹੜਾ ਇਹਦਾ ਇੱਕ ਬਹੁਤ ਹੀ ਖੂਬਸੂਰਤ ਸੁਮੇਲ ਜਿਹੜਾ ਇੱਥੇ ਸਾਨੂੰ ਵੇਖਣ ਨੂੰ ਮਿਲ ਰਿਹਾ। ਤੇ ਮੈਂ ਸਮਝਦਾ ਕਿ ਇਹ ਸਾਡੇ ਬੱਚੇ ਬੱਚੀਆਂ ਜਿਹੜੀ ਇਸ ਗੱਲ ਨੂੰ ਸਮਝ ਕੇ ਤੇ ਅੱਜ ਸੁਨੇਹਾ ਦੇ ਰਹੇ ਨੇ। ਸੋ ਜਿਹੜੇ ਤੁਸੀਂ ਵਿਦੇਸ਼ਾਂ ਚੋਂ ਵੀਜ਼ਿਆਂ ਵੂਜ਼ਿਆਂ ਦਾ ਕਰਕੇ ਜਾਂ ਹੁਣ ਫਲਾਈਟਾਂ ਦੀ ਵੀ ਕਮੀ ਆ, ਮੈਂ ਸਮਝਦਾ ਜਿਹੜੇ ਇੱਥੇ ਉਦਾਂ ਨਹੀਂ ਆ ਸਕਦੇ ਉਹਨਾਂ ਨੂੰ ਤੁਸੀਂ ਕੀ ਸੁਜੈਸਟ ਕਰੋਗੇ, ਕਿਸ ਢੰਗ ਦੇ ਨਾਲ ਸਪੋਰਟ? ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦੇ ਉੱਤੇ ਵੀ ਬੜਾ ਇੱਕ ਯੁੱਧ ਇੱਥੇ ਚੱਲ ਰਿਹਾ, ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀ ਸੰਵਾਦ ਜਿਹੜੇ ਚੱਲਦੇ ਨੇ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਤੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਏਕਤਾ ਦਾ ਮੈਸੇਜ ਦਈਏ। ਗੱਲ ਜਿਵੇਂ ਕਾਫੀ ਪ੍ਰਦਰਸ਼ਨ ਹੋ ਰਿਹਾ ਕੈਨੇਡਾ, ਆਸਟ੍ਰੇਲੀਆ, ਕਈ ਥਾਵਾਂ ਤੇ ਜਿੱਥੇ ਵੀ ਪੰਜਾਬੀ ਵੱਸਦੇ ਆ ਉੱਥੇ ਪ੍ਰਦਰਸ਼ਨ ਕਰ ਰਹੇ ਆ ਉਹ, ਤੇ ਆਪਦਾ ਜਿਸ ਤਰੀਕੇ ਨਾਲ ਵੀ ਉਹ ਇੱਕ ਚੰਗੀ ਮੈਸੇਜ ਦੇ ਸਕਦੇ ਆ, ਇੱਕ ਚੰਗਾ ਵਿਰੋਧ ਪ੍ਰਦਰਸ਼ਨ ਜਾਂ ਕਿਸੇ ਵੀ ਤਰੀਕੇ ਨਾਲ ਵੀ ਉਹ ਮੈਸੇਜ, ਇੱਕ ਏਕਤਾ ਵਾਲਾ ਮੈਸੇਜ ਪਹੁੰਚਾ ਸਕਦੇ ਆ, ਬਹੁਤ ਵਧੀਆ ਕਰ ਰਹੇ ਤੇ ਚੰਗਾ ਕਰਦੇ ਰਹਿਣ। ਸੋ ਬਿਲਕੁਲ ਤੁਸੀਂ ਡਟੇ ਹੋ, ਤੁਸੀਂ ਉੱਥੇ ਡਟੇ ਰਹੋ, ਜਿਹੜੇ ਇੱਥੇ ਆ ਸਕਦੇ ਇੱਥੇ ਆ ਜਾਓ। ਬਾਕੀ ਕਿਉਂਕਿ ਅੱਜ ਗਲੋਬਲ ਵਿਲੇਜ ਦੀ ਗੱਲ ਪਿਛਲੇ ਕਾਫੀ ਮੇਰੇ ਖਿਆਲ 10 ਸਾਲਾਂ ਤੋਂ ਹੋ ਰਹੀ ਸੀ, ਤੇ ਗਲੋਬਲ ਵਿਲੇਜ ਬਣ ਚੁੱਕਾ ਸਾਰੀ ਦੁਨੀਆ। ਹੁਣ ਬਹੁਤ ਆਪਾਂ ਇੱਕ ਦੂਜੇ ਦੇ ਨੇੜੇ ਆ। ਹੁਣੇ ਜੇ ਆਪਾਂ ਕੋਸ਼ਿਸ਼ ਕਰੀਏ ਕਿ ਅਮਰੀਕਾ ਕੈਨੇਡਾ 'ਚ ਬੈਠੇ ਆਪਣੇ ਭੈਣ ਭਰਾ ਦੇ ਨਾਲ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਆਮੋ ਸਾਹਮਣੇ ਗੱਲ ਕਰ ਲਾਂਗੇ। ਸੋ ਬਹੁਤ ਕੁਝ ਬਦਲ ਚੁੱਕਾ ਹੈ। ਸੋ ਇਸ ਸਮੇਂ ਦੇ ਵਿੱਚ ਸੰਘਰਸ਼ ਲੜਿਆ ਜਾ ਰਿਹਾ। ਸੋ ਮੈਂ ਸਮਝਾਂਗਾ ਕਿ ਸਾਡੇ ਨੌਜਵਾਨ ਆਗੂ, ਤੁਸੀਂ ਵੀ ਜਿਹੜੇ ਵਿਦੇਸ਼ਾਂ ਵਿੱਚ ਬੈਠੇ ਨੇ ਯੰਗਸਟਰਸ, ਉਹਨਾਂ ਨੂੰ ਕਿ ਉਹ ਕਿੱਦਾਂ ਦਾ ਹੁਣ ਉੱਥੇ ਕਿੱਦਾਂ ਦਾ ਮੋਰਚਾ ਸੰਭਾਲਣ, ਤੁਸੀਂ ਤਾਂ ਇੱਥੇ ਸੰਭਾਲ ਕੇ ਬੈਠੇ ਹੀ ਹੋਏ। ਅਸੀਂ ਦੋ ਤਿੰਨ ਬੇਨਤੀਆਂ ਕਰਨੀਆਂ ਚਾਹਾਂਗੇ। ਇੱਕ ਤਾਂ ਜਿੱਥੇ ਵੀ ਭਾਰਤ ਦੀ ਅੰਬੈਸੀ ਹੈਗੀ ਆ ਉਹਦੇ ਸਾਹਮਣੇ ਰੋਸ ਪ੍ਰਦਰਸ਼ਨ ਕਰ ਸਕਦੇ ਕਰਨ। ਜੇ ਕੋਈ ਇਧਰੋਂ ਭਾਰਤ ਦਾ ਕੋਈ ਵੀ ਲੀਡਰ, ਖਾਸ ਕਰਕੇ ਬੀਜੇਪੀ ਦਾ ਲੀਡਰ ਜਾਂਦਾ, ਕੇਂਦਰ ਸਰਕਾਰ ਦਾ, ਉਹਦਾ ਵਿਰੋਧ ਪ੍ਰਦਰਸ਼ਨ ਉੱਥੇ ਜ਼ਰੂਰ ਹੋਣਾ ਚਾਹੀਦਾ, ਸਿੰਬੋਲਿਕ ਹੋਵੇ, ਜਿੱਦਾਂ ਵੀ ਹੋ ਸਕਦਾ ਹੈਗਾ। ਜੇ ਮੰਨ ਲਓ ਅੰਬੈਸੀ ਦੇ ਨੇੜੇ ਨਹੀਂ, ਤੁਸੀਂ ਆਪਣੇ ਟਾਊਨ ਦੇ ਵਿੱਚ, ਆਪਣੇ ਸ਼ਹਿਰ ਜਿੱਥੇ ਕੋਈ 20 50 100 ਜਿੰਨੇ ਵੀ ਇਕੱਠੇ ਹੋ ਕੇ ਪ੍ਰਦਰਸ਼ਨ ਕਰ ਸਕਦੇ ਆ, ਉੱਥੇ ਪ੍ਰਦਰਸ਼ਨ ਕਰੋ। ਕਿਉਂਕਿ ਇੱਕ ਲੜਨ ਵਾਲਿਆਂ ਵਾਸਤੇ ਇੱਥੇ ਬੜੀ ਹਮਾਇਤ ਹੁੰਦੀ ਆ, ਉਹ ਉਤਸ਼ਾਹ ਮਿਲਦਾ ਕਿ ਹਾਂ ਯਾਰ ਸਾਡੇ ਪੱਖ ਦੇ ਵਿੱਚ ਵੀ ਕੈਨੇਡਾ 'ਚ ਆਹ ਹੋਇਆ, ਆਸਟ੍ਰੇਲੀਆ 'ਚ ਆਹ ਹੋਇਆ, ਅਮਰੀਕਾ 'ਚ ਆਹ ਹੋਇਆ, ਯੂਰਪ ਦੇ ਇਸ ਮੁਲਕ 'ਚ ਆਹ ਹੋਇਆ। ਤਾਂ ਇਹ ਹੈਗਾ। ਇਸ ਤੋਂ ਇਲਾਵਾ ਜਿਹੜੇ ਕੁਛ ਰਿਸ਼ਤੇਦਾਰ ਉਹਨਾਂ ਦੇ ਇੱਧਰ ਆ, ਉਹਨਾਂ ਨੂੰ ਕਹਿਣ ਵੀ ਜਾਓ, ਵੀ ਤੁਸੀਂ ਮੋਰਚੇ 'ਚ ਜਾਓ। ਤੋ ਹਰ ਤਰੀਕੇ ਨਾਲ ਮਦਦ ਜਿਹੜੀ ਹੈਗੀ ਆ ਉਹ ਕਰਨ। ਤੇ ਇੱਕ ਬੇਨਤੀ ਆ ਕਿ ਠੰਮਾ ਰੱਖੀਏ, ਇਹ ਲੜਾਈ ਲੰਬੀ ਹੋ ਸਕਦੀ ਆ। ਅਸੀਂ ਸਾਰੀ ਮਦਦ ਯਕਦਮ ਨਾ ਕਰ ਦਈਏ। ਇਹ ਸਾਰੇ ਜਿਹੜੇ ਹੁਣ ਇੰਨੀ ਮਦਦ ਆ ਰਹੀ ਹੈਗੀ ਆ, ਤਾਂ ਇਹ ਹੈਗਾ ਕਿ ਇਹਨੂੰ ਥੋੜਾ ਜਿਹਾ ਲੰਬੀ ਲੜਾਈ ਮੰਨ ਕੇ ਉਸ ਤਰ੍ਹਾਂ ਆਪਾਂ ਜਿਹੜੀ ਮਦਦ ਕਰੀਏ ਤਾਂ ਕਿ ਮਦਦ ਜਾਰੀ ਰਹੇ। ਹਾਂਜੀ ਬਿਲਕੁਲ।
ਸੋ ਇਹ ਲੰਬੀ ਲੜਾਈ ਦੇ ਵਿੱਚ ਕਹਿੰਦੇ ਹੁੰਦੇ ਨਾ ਵੀ ਫੌਜੀਆਂ ਨੂੰ ਸਿਖਾਇਆ ਜਾਂਦਾ ਕਿ ਆ ਬੋਤਲ ਪਾਣੀ ਦੀ ਹੈ ਤੇ ਇਹਦੇ ਨਾਲ ਇੰਨੇ ਦਿਨ ਕੱਢਣੇ ਆ। ਸੋ ਆਪਾਂ ਨੂੰ ਉਹ ਵੀ ਚੀਜ਼ ਦੇ ਨਾਲ ਲੈ ਕੇ ਚੱਲਣੀ ਪਏਗੀ। ਸੋ ਬਹੁਤ ਖੂਬਸੂਰਤ ਸੁਝਾਅ ਵੀ ਦਿੱਤੇ ਨੇ ਸਾਡੇ ਵੀਰ ਨੇ। ਸੋ ਆਪਾਂ ਉਸ ਢੰਗ ਦੇ ਨਾਲ ਚੱਲੀਏ ਤੇ ਇੱਕ ਜ਼ਾਬਤੇ ਦੇ ਵਿੱਚ ਚੱਲੀਏ, ਫਾਲਤੂ ਨਾ ਬੋਲੀਏ ਤੇ ਫਾਲਤੂ ਨਾ ਕੁਝ ਕਰੀਏ, ਤਾਂ ਕਿ ਕਿਸੇ ਨੂੰ ਮੌਕਾ ਨਾ ਮਿਲੇ ਸਾਡੇ ਇਸ ਸੰਘਰਸ਼ ਨੂੰ ਕਿਸੇ ਦੂਜੇ ਪਾਸੇ ਡਿਵਰਟ ਕਰਨ ਦਾ। ਸੋ ਉਸ ਢੰਗ ਦੇ ਨਾਲ ਚੱਲਾਂਗੇ ਤੇ ਹੁਣ ਤਾਂ ਬਸ ਇੱਕ ਅੜੀ ਰਹਿ ਗਈ ਆ, ਬਾਕੀ ਤਾਂ ਸਾਰਾ ਕੁਝ ਮੈਨੂੰ ਲੱਗਦਾ ਹੋ ਚੁੱਕਾ। ਕੀ ਕਹਿਣਾ ਚਾਹੋਗੇ ਇਸ ਤੇ? ਹਾਂ ਬਿਲਕੁਲ ਜੀ, ਅੜੀ ਰਹਿ ਗਈ ਆ। ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਅਸਿੱਧੇ ਰੂਪ 'ਚ ਔਰ ਅਮਿਤ ਸ਼ਾਹ ਸਿੱਧੇ ਰੂਪ 'ਚ ਪਰਸੋਂ ਤਾਂ ਹਰਜੀਤ ਗਰੇਵਾਲ ਨੇ, ਜਿਹੜਾ ਉਹ ਤਾਂ ਮਤਲਬ ਵੈਸੇ ਹੀ ਪੰਜਾਬ 'ਚੋਂ ਛੇਕੇ ਹੀ ਗਿਆ ਬੰਦਾ ਇੱਕ ਤਰ੍ਹਾਂ ਦਾ, ਉਹਨੇ ਤਾਂ ਇਹ ਕਹਿ ਹੀ ਦਿੱਤਾ, ਮੰਨ ਹੀ ਗਏ ਜਿਹੜੀ ਗੱਲ ਉਹ ਕਹਿਣਾ ਚਾਹੁੰਦੇ ਸੀ ਕਿ ਇਹ ਜੇ 3 ਕਾਨੂੰਨ ਰੱਦ ਕਰਤੇ ਤਾਂ ਸਾਨੂੰ ਹੋਰ ਬਹੁਤ ਕੁਝ ਕਰਨਾ ਪਊਗਾ। ਕਿਉਂਕਿ ਲੱਗਦਾ ਜੋ 7 ਸਾਲਾਂ 'ਚ ਅਸੀਂ ਕੀਤਾ ਵੀ ਇੱਕ ਫਲੱਡ ਗੇਟ ਹੀ ਖੁੱਲ ਜਾਣਾ ਵੀ ਫਿਰ ਸਾਰੇ ਲੋਕ ਜਿਹੜੇ ਦਬਾਏ ਸੀ ਉਹ ਉੱਠਣਗੇ, ਠੀਕ ਆ। ਪਰ ਸਾਨੂੰ ਇਹ ਲੱਗਦਾ ਵੀ ਕਿੰਨਾ ਕੁ ਸਮਾਂ, ਤੁਸੀਂ ਕਿੰਨਾ ਕੁ ਸਮਾਂ ਇਸ ਗੱਲ ਨੂੰ ਰੋਕੋਗੇ। ਲੋਕ ਆ ਰਹੇ ਹੈਗੇ ਆ, ਕੁਝ ਲੋਕਾਂ ਨੂੰ ਉਹਨਾਂ ਲੱਗਦਾ ਵੀ ਸ਼ਾਇਦ ਸਰਦੀ ਕਰਕੇ ਰੁਕ ਜਾਣਗੇ। 14 ਸਤੰਬਰ ਨੂੰ ਜਦੋਂ ਪੰਜਾਬ 'ਚ ਹੀ ਲਲਕਾਰ ਰੈਲੀਆਂ ਕੀਤੀਆਂ, 5 ਮਾਝਾ ਮਾਲਵਾ ਦੁਆਬੇ ਦੇ ਸੀਗਾ, ਤੇ ਅਸੀਂ 16 ਸਤੰਬਰ ਨੂੰ ਇਹ 25 ਸਤੰਬਰ ਦੇ ਪੰਜਾਬ ਬੰਦ ਦਾ ਸੱਦਾ ਜਿਹੜਾ ਤੈਅ ਹੋ ਗਿਆ। ਤੋ ਮੈਨੂੰ ਯਾਦ ਆ ਕਿ ਰੂਸੀ ਇਨਕਲਾਬ ਤੇ ਇੱਕ ਜੌਨ ਰੀਡ ਦੀ ਕਿਤਾਬ ਸੀ 10 ਦਿਨ ਜਿਹਨਾਂ ਦੁਨੀਆ ਹਿਲਾਤੀ। ਅਸੀਂ ਕਹਿੰਦੇ ਕਿ 15 ਸਤੰਬਰ ਤੋਂ 25 ਸਤੰਬਰ ਦੇ ਉਹ 10 ਦਿਨ ਸੀ ਜਿਨ੍ਹਾਂ ਨੇ ਸਾਰਾ ਪੰਜਾਬ ਤੇ ਸਾਰੀ ਸਿਆਸਤ ਲਾ ਕੇ ਰੱਖਤੀ। 25 ਸਤੰਬਰ ਦਾ ਪੰਜਾਬ ਬੰਦ ਬਹੁਤ ਹੀ ਇਤਿਹਾਸਕ ਸੀ ਔਰ 25 ਤੋਂ ਬਾਅਦ ਲੋਕ ਘਟੇ ਨਹੀਂ, ਲੋਕ ਵੱਧਦੇ ਜਾ ਰਹੇ ਆ। ਇਸ ਕਰਕੇ ਜੇ ਸਰਕਾਰ ਨੂੰ ਇਹ ਲੱਗਦਾ ਵੀ ਕੋਈ ਸਰਦੀ ਕਰਕੇ ਅੱਕ ਜਾਣਗੇ, ਥੱਕ ਜਾਣਗੇ ਜਾਂ ਹੋਰ, ਉਹ ਭੁਲੇਖੇ 'ਚ ਹੈ। ਨਾਲੇ ਹੁਣ ਤਾਂ ਸਾਡਾ ਸਰਦੀ ਦਾ ਵੈਸੇ ਵੀ ਉਹ ਦਿਹਾੜੇ ਆ ਗਏ ਨੇ, ਹਨਾ। ਇਹ 10 ਦਿਨ ਜਿਹੜੇ ਨੇ ਤਾਂ ਵੈਸੇ ਸਾਨੂੰ ਠੰਡ ਨਹੀਂ ਲੱਗਣ ਦਿੰਦੇ। ਪੋਹ ਦਾ ਮਹੀਨਾ ਚੜ ਗਿਆ, ਸਾਡੇ ਸ਼ਹੀਦਾਂ ਦੇ ਦਿਹਾੜੇ ਨੇ। ਇੱਥੇ ਤਾਂ ਅਸੀਂ ਹਰ ਸਾਲ ਇਕੱਠੇ ਹੁੰਦੇ ਸੀ। ਸੋ ਸਾਨੂੰ ਸਾਡੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਉਹ ਸਾਨੂੰ ਉਹੀ ਨਿੱਘ ਦੇਣਗੇ ਜਿਹੜਾ ਮਾਤਾ ਗੁਜਰੀ ਜੀ ਨੇ ਉਹਨਾਂ ਨੂੰ ਦਿੱਤਾ ਸੀ। ਸੋ ਇੱਥੇ ਇਹ ਠੰਡ ਤੋਂ ਡਰਨ ਵਾਲੇ ਵੀ ਨਹੀਂਗੇ, ਇਹਨਾਂ ਨੂੰ ਵਿਰਸੇ ਚੋਂ ਸਾਰਾ ਕੁਝ ਪ੍ਰਾਪਤ ਆ ਪਹਿਲਾਂ ਹੀ। ਬਿਲਕੁਲ ਜੀ ਬਿਲਕੁਲ। ਤੁਸੀਂ ਇਹ ਦੇਖੋ ਕਿ ਜਦੋਂ ਆਪਾਂ ਵਿਰਸੇ ਦੀ ਗੱਲ ਕਰਦੇ ਆ ਕਿ ਇੱਕ ਇੰਡਸਟਰੀਲਿਸਟ ਦਾ ਮੁੰਡਾ ਆਇਆ ਇੱਥੇ, ਉਹਦਾ ਤਾਂ ਜ਼ਮੀਨ ਦਾ ਮਸਲਾ ਨਹੀਂ ਹੈ, ਉਹਦਾ ਕੋਈ ਮਸਲਾ ਨਹੀਂ। ਉਹ ਇੱਕ ਜਿਹੜੀ ਪੰਜਾਬ ਦੇ ਵਿੱਚ ਵਿਰਸੇ 'ਚ ਇੱਕ ਨਾਬਰੀ ਵਾਲੀ ਗੱਲ ਪਈ ਆ ਵੀ ਟੱਕਰ ਦਿੱਲੀ ਨਾਲ ਤੇ ਮੈਂ ਯੋਗਦਾਨ ਪਾਉਣਾ। ਮਤਲਬ ਉਹ ਆਰਥਿਕ ਪੱਖ ਤੋਂ ਨਹੀਂ, ਉਹ ਦੂਜੇ ਮਤਲਬ ਸੱਭਿਆਚਾਰਕ ਪੱਖ ਤੋਂ ਜਿਹੜੀ ਉਹਦੀ ਉਹ ਉਸ ਤਰ੍ਹਾਂ ਦੀ ਵੈਲਿਊਜ਼ ਉਹਨੇ ਸਿੱਖੀਆਂ ਹੋਈਆਂ ਨੇ, ਉਹਦੇ ਕਰਕੇ ਆਏ ਹੈਗੇ ਆ। ਤੋ ਇਹ ਗੱਲ ਤੁਹਾਡੀ ਬਿਲਕੁਲ ਠੀਕ ਆ ਕਿ ਇਹ ਦਿਨ ਸਾਡੇ ਵਾਸਤੇ ਬੜੇ ਉਸ ਤਰ੍ਹਾਂ ਦੇ ਨੇ ਕਿ ਕੋਈ ਸਰਦੀ ਕੋਈ ਚੀਜ਼ ਸਾਨੂੰ ਦਬਾ ਨਹੀਂ ਸਕਦੀ ਗੀ। ਤੋ ਜੇਤੂ ਹੋ ਕੇ ਜਾਵਾਂਗੇ, ਜੇਤੂ ਹੋ ਕੇ ਜਾਣਾ। ਸੋ ਪੰਜਾਬ ਚੜਿਆ ਤੇ ਪੰਜਾਬ ਜਦੋਂ ਵੀ ਦਿੱਲੀ ਵੱਲ ਚੜਿਆ ਫਿਰ ਜੇਤੂ ਹੋ ਕੇ ਗਿਆ। ਕੋਈ ਇਹਨੇ ਤਾਂ ਵੱਡੇ ਵੱਡੇ ਧਾਰਵੀ ਸਿਕੰਦਰ ਜਿਹੜਾ ਸੀ ਉਹ ਵੀ ਇੱਥੇ ਆ ਕੇ ਗੋਡੇ ਟੇਕ ਗਿਆ ਸੀ ਤੇ ਹੋਰ ਕਈਆਂ ਦੇ ਗੋਡੇ ਲਵਾ ਚੁੱਕਾ ਹੈ। ਤੇ ਬਜ਼ੁਰਗ ਸਾਨੂੰ ਕਈ ਵਾਰੀ ਕਹਿੰਦੇ ਨੇ ਤੇ ਪੁੱਤ ਹੁਣ ਤਾਂ ਗੋਡਣੀਆਂ ਲਵਾ ਕੇ ਜਾਣੀਆਂ ਪੁੱਤ ਹੁਣ ਤਾਂ ਗੋਡਣੀਆਂ ਲਵਾ ਕੇ ਜਾਣੀਆਂ ਨੇ। ਸੋ ਮੈਨੂੰ ਲੱਗਦਾ ਕਿ ਉਹ ਦਿਨ ਆਪਾਂ ਜ਼ਰੂਰ ਵੇਖਾਂਗੇ।